भाजी साउंड आ रही है? भाजी साउंड नहीं आ रही। ओके भाई, मैं दोबारा लो ना। जी ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ। ਮੈਂ ਹਾਂ ਗੁਰਚੇਤ ਸਿੰਘ ਔਲਖ। ਤੁਸੀਂ ਬੀਬੀਆਂ ਦਾ ਹੜ ਦੇਖ ਸਕਦੇ ਹੋ। ਸਿੰਘੂ ਮੋਰਚੇ ਦੇ ਬੀਬੀਆਂ ਆਂਗਨਵਾੜੀ ਵਰਕਰਸ ਨੇ, ਇਹ ਜ਼ਿਲ੍ਹਾ ਜਲੰਧਰ ਤੋਂ ਪਹੁੰਚੀਆਂ ਨੇ ਤੇ ਗੱਲਬਾਤ ਵੀ ਇਹਨਾਂ ਦੇ ਨਾਲ ਕਰਾਂਗੇ। ਪਹਿਲਾਂ ਦਾ ਕਿਵੇਂ ਪਹੁੰਚੇ ਨੇ ਇੱਥੋਂ ਜ਼ਰੂਰ आवाज घट गई फिर दोबारा जी। ਸਾਡੀਆਂ ਭੈਣਾਂ ਬੀਬੀਆਂ ਜਿੰਨੀਆਂ, ਇਹ ਸਾਡੀ ਪ੍ਰਧਾਨ ਆ ਜਲੰਧਰ ਜ਼ਿਲ੍ਹੇ ਦੇ ਬੀਬੀ ਸਤਵੰਤ ਕੌਰ ਜੀ, ਇਹਨਾਂ ਨੂੰ ਵੀ ਮਾੜਾ ਮੋਟਾ ਤੁਹਾਡੇ ਨਾਲ ਗੱਲਬਾਤ ਕਰਨੀ। ਮਾਦੀ ਅੱਜ ਤੁਸੀਂ ਅੰਦੋਲਨ ਦੇ ਵਿੱਚ ਪਹੁੰਚੇ ਹੋ, ਦਿਲੋਂ ਤਿੱਖਾ ਹੁੰਦਾ ਜਾ ਰਿਹਾ, ਕਿਵੇਂ ਦੇਖਦੇ ਹੋ ਇਸ ਅੰਦੋਲਨ ਨੂੰ? ਅਸੀਂ ਇਸ ਅੰਦੋਲਨ ਨੂੰ ਆਪਣੀ ਪੂਰੀ ਸਪੋਰਟ ਕਰ ਰਹੇ ਹਾਂ। ਅਸੀਂ ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਡਿਸਟ੍ਰਿਕਟ ਜਲੰਧਰ ਦੀ ਪ੍ਰਧਾਨ ਮੈਂ ਬੋਲ ਰਹੀ ਹਾਂ। ਅਸੀਂ ਆਪਣੇ ਕਿਸਾਨ ਵੀਰਾਂ ਨੂੰ ਪੂਰੀ ਹਮਾਇਤ ਦੇਣ ਆਏ ਆ ਔਰ ਇਹ ਉਹਨਾਂ ਨੂੰ ਦੱਸਣ ਆਏ ਆ ਸਰਕਾਰ ਨੂੰ ਕਿ ਜਿੰਨਾ ਮਰਜ਼ੀ ਤੁਸੀਂ ਸੰਘਰਸ਼ ਸਾਡਾ ਤੇਜ਼ ਕਰਾ ਲਓ, ਅਸੀਂ ਦੂਣੇ ਤੇਜ਼ ਹੁੰਦੇ ਜਾਵਾਂਗੇ। ਅਸੀਂ ਇਹ ਨਹੀਂ ਕਵਾਂਗੇ ਕਿ 26 ਤਰੀਕ ਨੂੰ ਸਾਡੇ ਤੇ ਜੋ ਤੁਸੀਂ ਜ਼ੁਲਮ ਕੀਤੇ ਆ ਅਸੀਂ ਉਹ ਵੀ ਸਹਾਰ ਲਏ। ਅਸੀਂ 84 ਦੇ ਦੰਗਿਆਂ ਵਾਂਗ ਅਸੀਂ ਇਹ ਤੁਹਾਡੇ ਜਿਹੜਾ 26 ਜਨਵਰੀ ਦਾ ਤੁਸੀਂ ਰੂਪ ਧਾਰਨ ਕਰਵਾਇਆ, ਪਰ ਅਸੀਂ ਉਹਦਾ ਡਟ ਕੇ ਮੁਕਾਬਲਾ ਕਰਾਂਗੇ ਔਰ ਜਿੰਨਾ ਚਿਰ ਕਾਲੇ ਕਾਨੂੰਨ ਵਾਪਸ ਨਹੀਂ ਕਰਦੇ ਉਹਨਾਂ ਚਿਰ ਸਾਡਾ ਅਸੀਂ ਉਹ ਵੀ ਸਹਾਰ ਲਏ। ਅਸੀਂ 84 ਦੇ ਦੰਗਿਆਂ ਵਾਂਗ ਅਸੀਂ ਇਹ ਤੁਹਾਡੇ ਜਿਹੜਾ 26 ਜਨਵਰੀ ਦਾ ਤੁਸੀਂ ਰੂਪ ਧਾਰਨ ਕਰ ਸਾਡਾ ਬੀਬੀਆਂ ਅਜੇ ਵੀ ਘਰਾਂ ਦੇ ਵਿੱਚ ਬੈਠੇ ਨੇ ਪਰ ਅੰਦੋਲਨ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੀਆਂ। ਬਿਲਕੁਲ ਜ਼ਰੂਰ ਸ਼ਾਮਲ ਹੋਣਗੀਆਂ। ਅਸੀਂ ਆਪਣੇ ਜ਼ਿਲ੍ਹਾ ਜਲੰਧਰ ਦੀ ਵਾਰੀ ਲਾਤੀ ਆ। ਹਰੇਕ ਸੰਡੇ ਨੂੰ ਇੱਕ ਜ਼ਿਲ੍ਹਾ ਸਾਡਾ ਇੱਥੇ ਪਹੁੰਚਿਆ ਕਰੂਗਾ, ਹਰੇਕ ਬਾਰਡਰਾਂ ਤੇ ਸਾਡਾ ਇੱਕ ਜ਼ਿਲ੍ਹਾ ਆਇਆ ਕਰੂਗਾ। 50 ਤਾਂ ਆਉਣਗੀਆਂ ਉੱਥੇ ਸਾਡੀਆਂ। ਜੀ ਹੋਰ ਵੀ ਬੀਬੀਆਂ ਨੇ। ਮਾਤਾ ਜੀ, ਮੋਦੀ ਸਰਕਾਰ ਲਗਾਤਾਰ ਅੜੀਅਲ ਰਵੱਈਏ ਦੇ ਉੱਤੇ ਕਹਿੰਦਾ ਮੈਂ ਕਾਨੂੰਨ ਰੱਦ ਨਹੀਂ ਕਰਨੇ, ਸਿਰਫ ਸੌਦਾ ਕਰਾ ਲਓ। ਉਹਨੂੰ ਕਰਨੇ ਹੀ ਪੈਣਗੇ ਕਿਉਂਕਿ ਸਾਡਾ ਸੰਘਰਸ਼ ਬਹੁਤ ਤਿੱਖਾ ਆ। ਸਾਡੇ ਕਿਸਾਨ ਵੀਰ ਸਾਡੇ ਨਾਲ ਆ। ਇਹ ਹਰ ਟਾਈਮ ਬੀਬੀਆਂ ਭੈਣਾਂ ਭਰਾ ਸਾਰੇ ਭਾਈ ਸਾਹਿਬ एक है, हम एक हैं, हम एक। ਬੀਬੀਆਂ ਦੇ ਵਿੱਚ ਵੀ ਹੌਸਲਾ ਦੇਖ ਸਕਦੇ ਹੋ ਕਿਉਂਕਿ ਇਸ ਅੰਦੋਲਨ ਦੇ ਵਿੱਚ ਅੱਜ ਆਂਗਨਵਾੜੀ ਵਰਕਰ ਆ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਜ਼ੋਰਦਾਰ ਨਾਅਰੇ ਲੱਗ ਰਹੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ। ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੀਬੀਆਂ ਇੱਥੇ ਪਹੁੰਚੀਆਂ ਨੇ, ਇਸ ਅੰਦੋਲਨ ਦੇ ਵਿੱਚ ਸਮਰਪਿਤ ਹੋਈਆਂ ਨੇ। ਕਿਹਾ ਜਾਂਦਾ ਹੈ ਕਿ ਇਹ ਸਿਰਫ ਪੰਜਾਬ ਦਾ ਹੀ ਅੰਦੋਲਨ ਹੈ ਪਰ ਇਹਦੇ ਵਿੱਚ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਨੌਜਵਾਨ ਤੋਂ ਲੈ ਕੇ ਬਜ਼ੁਰਗਾਂ ਤੱਕ ਇਸ ਅੰਦੋਲਨ ਦੇ ਵਿੱਚ ਲੋਕੀ ਪਹੁੰਚ ਰਹੇ ਨੇ ਤੇ ਅੰਦੋਲਨ ਦਿਨੋਂ ਦਿਨ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ ਕਿ ਇਹੀ ਮੰਗ ਹੈ ਕਿ ਕਾਨੂੰਨ ਰੱਦ ਕਰਵਾ ਕੇ ਅਸੀਂ ਫਿਰ ਹੀ ਵਾਪਸ ਜਾਣਾ ਹੈ। ਜੁੜੇ ਰਹੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਨਾਲ, ਤੁਹਾਡਾ ਆਪਣਾ ਤੁਹਾਡੇ ਲਈ। ਹਾਂਜੀ ਸਰੋਤਿਓ, ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਅਮਰਜੀਤ ਹੋਸਟ ਸਕਰਾਮੈਂਟੋ ਤੋਂ। ਅਸੀਂ
ਇਹ ਚਰਚਾ ਪ੍ਰੋਗਰਾਮ 77 ਤਾਂ 77ਵਾਂ ਪ੍ਰੋਗਰਾਮ ਜਿਹੜਾ ਅਸੀਂ ਕਿਸਾਨੀ ਅੰਦੋਲਨ ਦੇ ਵਿੱਚ ਨਾਲ ਸ਼ੁਰੂ ਕੀਤਾ ਸੀ ਤੇ ਅੱਜ ਇਹ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਏ ਆ ਤੇ ਆਸ ਕਰਦੇ ਆ ਕਿ ਜਿੱਦਾਂ ਤੁਸੀਂ ਸਾਡੇ ਬਾਕੀ ਪ੍ਰੋਗਰਾਮ ਨੂੰ ਦੇਖਿਆ, ਸ਼ੇਅਰ ਕੀਤਾ, ਇਹਨੂੰ ਵੀ ਤੁਸੀਂ ਸ਼ੇਅਰ ਕਰੋਗੇ ਤੇ ਇਸ ਪ੍ਰੋਗਰਾਮ ਨੂੰ ਵੀ ਉਸੇ ਤਰੀਕੇ ਦੇ ਨਾਲ ਦੂਰ ਤੱਕ ਪਹੁੰਚਾਓਗੇ ਜਿੱਥੇ ਤੱਕ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀ ਆਵਾਜ਼ ਪਹੁੰਚੇ। ਤੁਸੀਂ ਇਹ ਵੀਡੀਓ ਦੇਖੀ ਜਿਸ ਵਿੱਚ ਸਾਡੇ ਜੋ ਲੇਡੀਜ਼ ਨੇ ਉਹ ਆ ਕੇ ਹੁਣ ਸਿੰਘੂ ਬਾਰਡਰ ਦੇ ਉੱਤੇ ਸੰਘਰਸ਼ ਕਰ ਰਹੀਆਂ ਨੇ, ਹੈਲਪ ਕਰ ਰਹੀਆਂ ਨੇ ਸਿੰਘੂ ਬਾਰਡਰ ਦੇ ਉੱਤੇ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੇ ਲਈ। ਆਪਾਂ ਨੇ ਪਿੱਛੇ ਦੇਖਿਆ ਜਿੱਦਾਂ ਉਤਰਾਅ ਚੜ੍ਹਾਅ ਆਏ ਸਾਰੇ ਇਸ ਸੰਘਰਸ਼ ਦੇ ਵਿੱਚ, ਆਪਾਂ ਉਸ ਸੰਘਰਸ਼ ਦੇ ਸਾਰੇ ਉਤਰਾਵਾਂ ਚੜ੍ਹਾਵਾਂ ਨੂੰ ਦੇਖਦੇ ਦੇਖਦੇ ਅੱਜ ਇੱਥੇ ਪਹੁੰਚੇ ਹਾਂ। ਜੋ ਵੀ ਸਰਕਾਰ ਨੇ ਕੀਤਾ ਅੱਜ ਤੱਕ ਉਹ ਕਿਤੇ ਵੀ ਸਰਕਾਰ ਕਾਮਯਾਬ ਨਹੀਂ ਹੋ ਸਕੀ ਕਿਸੇ ਵੀ ਚੀਜ਼ ਦੇ ਵਿੱਚ, ਤੇ ਇਹਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡੇ ਤੇ ਪੂਰੀ ਵਾਹਿਗੁਰੂ ਦੀ ਕਿਰਪਾ ਆ, ਵਾਹਿਗੁਰੂ ਸਾਡੇ ਨਾਲ ਚੱਲ ਰਿਹਾ। ਜਿੱਥੇ ਸੱਚ ਹੋਵੇ ਉੱਥੇ ਪਰਮਾਤਮਾ ਆਪ ਵਸਦਾ। ਸੋ ਇਹ ਇੱਕ ਵਿਸ਼ਵਾਸ, ਇੱਕ ਪ੍ਰਤੱਖ ਪਰਮਾਤਮਾ ਨੇ ਦਿਖਾਇਆ ਕਿ ਐਡੀ ਜ਼ਾਲਮ ਸਰਕਾਰ ਜਿਹਦੇ ਕੋਲ ਝੂਠ ਤੋਂ ਸਿਵਾਏ, ਰਾਖਸ਼ ਬੁੱਧੀ ਤੋਂ ਸਿਵਾਏ ਕੁਛ ਨਹੀਂ ਸੀ, ਉਸਨੇ ਪੂਰਾ ਜ਼ੋਰ ਲਾ ਲਿਆ ਇਸ ਸੰਘਰਸ਼ ਨੂੰ ਖਰਾਬ ਕਰਨ ਲਈ, ਇਸ ਸੰਘਰਸ਼ ਨੂੰ ਖਤਮ ਕਰਨ ਲਈ, ਪਰ ਇੱਕ ਆਂਚ ਵੀ ਨਹੀਂ ਆਉਣ ਦਿੱਤੀ ਪਰਮਾਤਮਾ ਨੇ ਇਸ ਸੰਘਰਸ਼ ਦੇ ਉੱਤੇ। ਹਾਂ, ਥੋੜਾ ਬਹੁਤਾ ਉੱਪਰ ਥੱਲੇ ਹੁੰਦਾ ਰਹਿੰਦਾ ਹੈ ਜਦੋਂ ਕੋਈ ਸੰਘਰਸ਼ ਚੱਲਦੇ ਆ ਤੇ ਉਹਨਾਂ ਵਿੱਚ ਊਚ ਨੀਚ ਤਾਂ ਆਉਂਦੀ ਆ, ਪਰ ਫਿਰ ਵੀ ਇਸ ਸੰਘਰਸ਼ ਨੂੰ ਕਾਮਯਾਬੀ ਤੋਂ ਥੱਲੇ ਲਿਆਉਣ ਲਈ ਸਰਕਾਰ ਕਾਮਯਾਬ ਨਹੀਂ ਹੋਈ। ਤੇ ਇੱਥੋਂ ਲੱਗ ਰਿਹਾ ਜਿਸ ਤਰ੍ਹਾਂ ਹੁਣ ਮੋਦੀ ਸਾਹਿਬ ਸੰਸਦ ਦੇ ਵਿੱਚ ਰੋਏ ਆ, ਹੁਣ ਇਹ ਪਖੰਡ ਕਰ ਰਹੇ ਆ ਕਿ ਇਹ ਹੁਣ ਡਰ ਚੁੱਕੇ ਆ ਕਿ ਇਹ ਗੋਲੀਆਂ ਤੇ ਆ ਚੁੱਕੇ ਆ, ਇਹ ਤਾਂ ਹੁਣ ਮੋਦੀ ਸਾਹਿਬ ਜਾਣਦੇ ਆ। ਪਰ ਕਿਸਾਨਾਂ ਦਾ ਹੌਸਲਾ ਔਰ ਕਿਸਾਨਾਂ ਲੀਡਰਾਂ ਦਾ ਹੌਸਲਾ ਦੇਖ ਕੇ ਸਰਕਾਰ ਵਾਕਿਆ ਡਰ ਚੁੱਕੀ ਆ। ਸਰਕਾਰ ਅੰਦਰੋਂ ਸਹਿਮੀ ਪਈ ਆ। ਸਰਕਾਰ ਦੇ ਕੋਲ ਹੁਣ ਕੋਈ ਹੋਰ ਪੈਤੜਾ ਰਹਿ ਹੀ ਨਹੀਂ ਗਿਆ ਕਿ ਇਸ ਸੰਘਰਸ਼ ਨੂੰ ਖਤਮ ਕੀਤਾ ਜਾਵੇ, ਔਰ ਜਿੰਨਾ ਉਹ ਇਸ ਸੰਘਰਸ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ, ਸੰਘਰਸ਼ ਉਨਾ ਹੀ ਵੱਧਦਾ ਜਾ ਰਿਹਾ। ਤੇ ਇਸ ਸੰਘਰਸ਼ ਦੇ ਨਾਲ ਜਿਹੜਾ ਤੁਸੀਂ ਵੀਡੀਓ ਵਿੱਚ ਦੇਖਿਆ ਅਮਰਜੀਤ ਸਿੰਘ ਚੁਲਾਂਗ ਜੀ ਨੂੰ ਦੇਖਿਆ, ਉਹ ਸੰਘਰਸ਼ ਦੇ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਆ ਔਰ ਕਿਸਾਨ ਯੂਨੀਅਨ ਦੇ ਲੀਡਰ ਵੀ ਨੇ। ਉਹ ਸਿੰਘੂ ਬਾਰਡਰ ਦੇ ਉੱਤੇ ਆਪਣੀ ਸੇਵਾ ਨਿਭਾ ਰਹੇ ਨੇ ਔਰ ਤਰ੍ਹਾਂ ਤਰ੍ਹਾਂ ਦੀ ਸੇਵਾ ਨਿਭਾ ਰਹੇ ਨੇ। ਸਭ ਤੋਂ ਪਹਿਲਾਂ ਮੈਂ ਵੈਲਕਮ ਕਰਦਾ ਅਮਰਜੀਤ ਸਿੰਘ ਜੀ ਦਾ। ਭਾਜੀ ਸਤਿ ਸ੍ਰੀ ਅਕਾਲ। ਭਾਜੀ ਅਮਰਜੀਤ ਭਾਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਔਰ ਸਤਿ ਸ੍ਰੀ ਅਕਾਲ ਤੋਂ ਬਾਅਦ ਮੈਂ ਕਹਿੰਦਾ ਵੀ ਅੱਜ 26 ਤੋਂ ਇਹਨਾਂ ਨੇ ਨੈਟ ਬੰਦ ਕਰ ਦਿੱਤੇ ਸੀ ਇੱਥੇ, ਤੇ ਤੁਹਾਡੇ ਨਾਲ ਰਾਬਤਾ ਨਹੀਂ ਕਾਇਮ ਹੋ ਸਕਿਆ, ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਹੋ ਸਕੀ, NRA ਵੀਰਾਂ ਦੇ ਨਾਲ ਕੋਈ ਵੀ ਇੱਥੇ ਦੀ ਜਿਹੜੀ ਗਰਾਊਂਡ ਲੈਵਲ ਦੀ ਆ ਗਤੀਵਿਧੀਆਂ ਦੇ ਨਾਲ ਨਹੀਂ ਜੁੜ ਸਕੇ। ਸੋ ਹੁਣ ਨੈਟ ਫਿਰ ਦੁਬਾਰਾ ਚੱਲੇ ਆ। ਨੈਟ ਵੀ ਮਤਲਬ ਇੰਨੇ ਕੋਈ ਖਾਸ ਵਧੀਆ ਨਹੀਂ ਚੱਲਦੇ, ਸ਼ਾਇਦ ਤੁਹਾਨੂੰ ਵੀਡੀਓ ਆਡੀਓ ਦੇ ਵਿੱਚ ਕੋਈ ਡਿਸਟੋਰਸ਼ਨ ਆਵੇ। ਸੋ ਉਹਦੇ ਵਾਸਤੇ ਜਿਹੜੀਆਂ ਸਰਕਾਰਾਂ ਨੇ ਇਹ ਵੀ ਇੱਕ ਪੈਂਤੜਾ ਮਾਰਿਆ, ਇਹ ਵੀ ਇੱਕ ਚਾਲ ਚੱਲੀ ਇਸ ਅੰਦੋਲਨ ਨੂੰ ਤਾਰਪੀਡੋ ਕਰਨ ਲਈ। ਪਹਿਲੇ ਦਿਨ ਤੋਂ ਹੀ ਤੁਹਾਨੂੰ ਵੀ ਪਤਾ ਹੈ, ਕਦੀ ਤੁਹਾਨੂੰ ਅੱਤਵਾਦੀ ਕਿਹਾ ਗਿਆ ਹੈ ਕਿਸਾਨਾਂ ਨੂੰ, ਕਦੀ ਮਾਓਵਾਦੀ, ਕਦੀ ਵੱਖਵਾਦੀ, ਕਦੀ ਕੁਛ ਵੱਖਰੇ ਵੱਖਰੇ ਨਾਂ ਦੇ ਕੇ ਫਿਰ ਇਹਨਾਂ ਨੇ 26 ਤੋਂ ਬਾਅਦ ਭਾਜੀ ਤੁਹਾਨੂੰ ਦੱਸੀਏ ਤੇ ਲਾਈਟਾਂ ਬੰਦ ਕਰਨ ਦਾ ਸਿਲਸਿਲਾ ਕਰਤਾ ਸੀ ਇਹਨਾਂ ਨੇ ਸ਼ੁਰੂ ਜੀ। ਔਰ ਸੈਫ ਵਾਲਿਆਂ ਦੇ SAF ਵਾਲੇ ਤੁਸੀਂ ਜਾਣਦੇ ਆ, ਜਿਹੜੀ ਆਪਣੀ ਇੱਕ NGO ਆ, ਉਹਨਾਂ ਦੇ ਸਾਹਮਣੇ ਟਰਾਂਸਫਾਰਮ ਲੱਗੇ ਹੋਏ ਸੀਗੇ, 3 ਟਰਾਂਸਫਾਰਮ, ਉਹਨਾਂ ਦੇ ਉੱਪਰਲੇ ਫਿਊਜ਼ ਕੱਟ ਦਿੱਤੇ ਇਹਨਾਂ ਨੇ। ਸੋ ਹਾਂਜੀ, ਉਹਨਾਂ ਤੋਂ ਪੁੱਛਿਆ ਗਿਆ ਵੀ ਇਹ ਕਿਹਨੇ ਕੱਟੇ ਆ ਜਾਂ ਕੌਣ ਕੱਟੇ। ਉੱਥੇ ਬੰਦਾ ਜਿਹੜਾ ਆਇਆ ਉਹ ਮੁੰਡਿਆਂ ਨੇ ਘੇਰ ਲਿਆ ਉਹਨੂੰ, ਕਹਿੰਦੇ ਨਹੀਂ ਜੀ ਅਸੀਂ ਉਧਰ ਲਾਈਨ ਠੀਕ ਕਰ ਰਹੇ ਆ, ਤੇ ਉਹਨਾਂ ਦਾ ਨੰਬਰ ਲਿਆ ਪਰ ਉਹ ਲਾਈਨ ਵਗੈਰਾ ਕੋਈ ਨਹੀਂ ਸੀ ਠੀਕ ਕਰਦੇ। ਉਹਨਾਂ ਨੂੰ ਫੇਰ ਕਿਹਾ ਵੀ ਤੁਸੀਂ ਲਾਓਗੇ ਜਾਂ ਅਸੀਂ ਆਪ ਲਾ ਲਈਏ। ਤੁਹਾਨੂੰ ਪਤਾ ਹੀ ਹੈ ਨਿਆਣੇ ਸਾਡੇ ਆਪ ਪਿੰਡਾਂ ਦੇ ਆ, ਜ਼ਿਮੀਂਦਾਰ ਆ, ਕਿਸਾਨ ਆ, ਆਪ ਟਰਾਂਸਫਾਰਮਰਾਂ ਤੇ ਫਿਊਜ਼ ਵਗੈਰਾ ਲਾਉਂਦੇ ਰਹਿੰਦੇ ਆ। ਆਪਾਂ ਖੇਤਾਂ ਦੇ ਵਿੱਚ ਵੀ ਸਾਨੂੰ ਇੰਨਾ ਕਿ ਐਕਸਪੀਰੀਅੰਸ ਹੈਗਾ ਆ। ਫਿਰ ਉਹ ਆਪ ਲਾ ਕੇ ਤੇ ਅਸੀਂ ਉਹਨਾਂ ਨੂੰ ਲਾਈਟ ਚਲਾਈ ਫਿਰ ਦੁਬਾਰਾ ਜੀ। ਉਹਦੇ ਬਾਅਦ ਇਹ KFC ਦੇ ਲਾਗੇ ਸੀਗੇ, ਉੱਥੇ ਉਹ ਬੰਦੇ ਨੇ ਫਿਊਜ਼ ਤੋੜੇ ਜੀ, ਫਿਊਜ਼ ਕੱਟੇ ਪਲਾਸ ਦੇ ਨਾਲ। ਉਹ ਵੀ ਮੁੰਡਿਆਂ ਨੇ ਉਹਨੂੰ ਫੜ ਲਿਆ। ਫਿਰ ਹੁਣ ਕਿਹਾ ਨਹੀਂ ਕੁਝ ਵੀ ਉਹਨੂੰ, ਤੁਹਾਨੂੰ ਪਤਾ ਹੀ ਹੈ ਸਾਡੇ ਮਤਲਬ ਵਿਰਸਾ ਹੀ ਇਸ ਤਰ੍ਹਾਂ ਦਾ, ਕਿਸੇ ਦੇ ਉੱਤੇ ਕੋਈ ਗੁੱਸਾ ਨਹੀਂ, ਕਿਸੇ ਦੇ ਨਾਲ ਕੋਈ ਅਤਿਆਚਾਰ ਨਹੀਂ ਕਰਨਾ, ਅਸੀਂ ਤਾਂ ਅਤਿਆਚਾਰ ਸਹਿਣ ਵਾਲੇ ਆ ਨਾ। ਉਹਨੂੰ ਫੜ ਕੇ ਫਿਰ ਅਸੀਂ ਫਿਊਜ਼ ਲਾ ਲਏ ਮੁੰਡਿਆਂ ਨੇ, ਤਾਂ ਉਹਨਾਂ ਨੂੰ ਕਿਹਾ ਵੀ ਹੁਣ ਤੂੰ ਦੁਬਾਰਾ ਕੱਟ ਜੇ ਤੂੰ ਕੱਟ ਸਕਦਾ। ਤੇ ਉਹ ਮਤਲਬ ਏਦਾਂ ਦੀਆਂ ਕੁਝੀਆਂ ਜਿਹੀਆਂ ਹਰਕਤਾਂ ਕੀਤੀਆਂ ਇਹਨਾਂ ਨੇ, ਕਾਫੀ ਕੁਛ ਕਰਨੇ ਨੂੰ। ਨੈਟ ਬੰਦ ਕਰ ਦਿੱਤਾ, ਬਿਜਲੀ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹਨਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਫੇਲ ਹੋ ਰਹੀਆਂ। ਔਰ ਸਾਡਾ ਸੰਘਰਸ਼ ਜਿਹੜਾ ਆ
ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਆ। ਤਰੱਕੀ ਕਰ ਰਿਹਾ ਜੀ। ਤਰੱਕੀ, ਹਾਂ, ਮਤਲਬ ਤਰੱਕੀ ਦਾ ਮਤਲਬ ਇਹ ਨਹੀਂ ਹੈ ਵੀ ਕੋਈ ਅਸੀਂ ਅਚੀਵਮੈਂਟ ਵੱਲ ਨੂੰ ਜਾ ਰਹੇ, ਪਰ ਇਹਨਾਂ ਦੀਆਂ ਗੋਡਣੀਆਂ ਲਵਾ ਰਹੇ, ਜਿਸ ਨੂੰ ਤੁਸੀਂ ਕਹਿ ਰਹੇ ਸੀ, ਇਹ ਮੋਦੀ ਸਰਕਾਰ ਤੇ ਔਰ ਤੁਹਾਡੇ NRI ਵੀਰਾਂ ਦਾ UN ਤੱਕ ਤੁਸੀਂ ਗੱਲ ਪਹੁੰਚਾਈ ਹੋਈ ਆ। ਔਰ ਹਰ ਜਿੱਥੇ ਵੀ ਇਹਨਾਂ ਦੀ ਅੰਬੈਸੀ ਆ ਉੱਥੇ ਤੁਸੀਂ ਪ੍ਰਦਰਸ਼ਨ ਕੀਤੇ। ਸਾਡੀ ਇਹ ਸਭ ਤੋਂ ਤੁਹਾਡੀ ਵੱਡੀ ਸਪੋਰਟ ਆ, ਜਿਹੜੀ ਤੁਸੀਂ ਅੰਬੈਸੀਆਂ ਦੇ ਅੱਗੇ ਜਾ ਕੇ ਕਾਲੇ ਝੰਡੇ ਲਾਏ ਜਾਂ ਰੋਸ ਪ੍ਰਦਰਸ਼ਨ ਕੀਤੇ। ਤੁਸੀਂ ਵੀ ਪਹਿਲੇ ਦਿਨ ਤੋਂ, ਜੇ ਅਸੀਂ 25 ਤਰੀਕ ਤੋਂ ਇੱਥੇ ਆਏ ਹੋਏ ਆ ਜਾਂ 26 27 ਤੋਂ ਇੱਥੇ ਸੰਘਰਸ਼ ਦੇ ਵਿੱਚ ਆਏ, ਤਾਂ ਉਸੇ ਦਿਨ ਤੋਂ ਤੁਸੀਂ ਵੀ ਇੱਥੇ ਆਪਣੇ ਬੈਠੇ ਤੁਸੀਂ ਸਾਰੇ NRI ਵੀਰ ਪੂਰਾ ਜ਼ੋਰ ਲਾ ਰਹੇ ਆ। ਔਰ ਇਸ ਟਾਈਮ ਜਿਹੜੀ ਇੱਥੇ ਦੀ ਸਥਿਤੀ ਆ, ਅਸੀਂ ਇਹਨੂੰ ਮਤਲਬ ਸਲੋ ਲਿਆ ਹੋਇਆ ਆ, ਬਹੁਤ ਵਧੀਆ ਚੱਲ ਰਿਹਾ ਆ। ਜਿੰਨੇ ਵੀ ਲੰਗਰਾਂ ਦੇ ਅਸੀਂ ਹੁਣ ਥੋੜੀਆਂ ਕਮੇਟੀਆਂ ਬਣਾਈਆਂ ਹੋਈਆਂ। ਇੱਕ ਲੰਗਰਾਂ ਦੀ ਕਮੇਟੀ, ਜਿਹੜੀ ਸਾਡਾ ਕਿਸਾਨ ਜਿਹੜਾ ਸੰਯੁਕਤ ਮੋਰਚਾ ਆ ਉਹਦੇ ਵੱਲੋਂ ਹੈਲਪ ਕੀਤੀ ਜਾ ਰਹੀ ਆ ਲੰਗਰਾਂ ਦੇ ਵਿੱਚ ਵੀ, ਔਰ ਥੋੜਾ ਬਹੁਤਾ ਸਮਾਨ ਦਿੱਤਾ, ਕਿ ਖੰਡ ਔਰ ਇਸ ਤਰ੍ਹਾਂ ਦਾ ਜੋ ਵੀ ਰਸਤਾਂ ਦਿੱਤੀਆਂ ਗਈਆਂ ਹੋਈਆਂ ਇਹਨਾਂ ਨੂੰ ਜੀ। ਤੇ ਉਸੇ ਤਰ੍ਹਾਂ ਹੁਣ ਅਸੀਂ ਦੇਖ ਰਹੇ ਵੀ ਜਿੰਨੇ ਸਾਡੇ ਮੈਡੀਕਲ ਸੰਸਥਾਵਾਂ ਚੱਲ ਰਹੀਆਂ ਆ, ਜਿਸ ਤਰ੍ਹਾਂ ਕਈਆਂ ਨੇ OPD ਖੋਲੀ ਹੋਈ ਆ, ਉਹਨਾਂ ਦੇ ਨਾਲ ਵੀ ਰਾਬਤੇ ਕਾਇਮ ਕੀਤੇ ਹੋਏ ਆ। ਤੇ ਮੈਨੂੰ ਵੀ ਮੇਰੀ ਸੇਵਾ ਲੱਗੀ ਹੋਈ ਆ ਕਿਸਾਨ ਮਜ਼ਦੂਰ ਏਕਤਾ ਹਸਪੀਟਲ। ਅਸੀਂ ਜਨਵਰੀ ਦੀ 6 ਦੇ ਲਾਗੇ ਛਾਗੇ, ਮਤਲਬ ਜਨਵਰੀ ਸਟਾਰਟਿੰਗ ਪਹਿਲੇ ਹਫਤੇ 'ਚ ਨਾ ਇਹ ਹਸਪੀਟਲ ਖੋਲ ਦਿੱਤਾ ਸੀਗਾ ਜੀ। ਪਹਿਲਾਂ ਤਾਂ ਉਹ ਇੱਥੇ ਵੀ OPD ਸੀ, ਉਹ ਦਵਾਈਆਂ ਰੱਖੀਆਂ ਹੋਈਆਂ, ਜਿੱਦਾਂ ਕੋਈ ਆ ਗਿਆ ਕਿਸੇ ਨੂੰ ਖੰਘ ਗਿਆ ਜਾਂ ਕੁਛ ਆ। ਫਿਰ ਸਾਡੇ ਲਾਈਫ ਕੇਅਰ ਫਾਊਂਡੇਸ਼ਨ ਦੇ ਜਿਹੜੇ ਫਾਊਂਡਰ ਆ, ਉਹਨਾਂ ਦਾ ਨਾਮ ਮਿਸਟਰ ਸਰਦਾਰ ਅਵਤਾਰ ਸਿੰਘ ਬੈਨੀਪਾਲ ਆ। ਮੈਂ ਉਹਨਾਂ ਦੇ ਨਾਲ ਜੁੜਿਆ। ਜਦੋਂ ਮੀਂਹ ਆ ਗਿਆ ਸੀ, ਦਵਾਈਆਂ ਖਰਾਬ ਹੋ ਗਈਆਂ, ਫਿਰ ਮਤਲਬ ਮੈਂ ਵੀ ਨਾਲ ਲੱਗਿਆ ਭਾਜੀ ਉਹਨਾਂ ਦੇ ਨਾਲ, ਅਵਤਾਰ ਭਾਜੀ ਦੇ ਨਾਲ ਹੈਲਪ ਕਰਕੇ ਟੈਂਟ ਵਗੈਰਾ ਲਾਏ ਫਿਰ ਇਹਨਾਂ ਨੇ। ਤੇ ਹੁਣ ਇਸ ਟਾਈਮ ਸਾਡੇ ਕੋਲ ਸਟੇਜ ਤੋਂ ਪਿਛਲੇ ਪਾਸੇ ਆ, ਅਸੀਂ ਉਹਦਾ ਇੱਕ ਸਪੈਸ਼ਲ ਬਣਾਉਣ ਵਾਸਤੇ ਵੀ ਲੋਕੀ ਪੁੱਛਦੇ ਸੀ ਵੀ ਕਿ ਜੇ ਕੋਈ ਐਮਰਜੈਂਸੀ ਆ ਜਾਂਦੀ ਤਾਂ ਜਾਈਏ ਕਿੱਥੇ। ਉੱਥੇ ਸਾਹਮਣੇ ਸਾਡੇ ਫੋਰਡ ਵਾਲਿਆਂ ਦੀ ਏਜੰਸੀ ਆ, ਜਾਂ ਇੱਕ ਹੈਗੀ ਆ ਹੋਰ ਹੈ ਸਸਤਾ ਬਾਜ਼ਾਰ ਆ, ਦੁਕਾਨ ਮਤਲਬ ਸ਼ੋਰੂਮ ਟਾਈਪ ਆ ਜਾਂ ਮਾਲ ਟਾਈਪ ਆ। ਅਸੀਂ ਉੱਥੇ ਦੱਸ ਦਿੰਦੇ ਸੀ ਤਾਂ ਫਿਰ ਲੱਭਣਾ ਬੜਾ ਔਖਾ ਹੋ ਜਾਂਦਾ ਸੀ। ਫਿਰ ਤੁਹਾਡੇ ਵਰਗੇ ਭਰਾ ਨੇ ਸਲਾਹ ਦਿੱਤੀ ਵੀ ਤੁਸੀਂ ਬਲੂਨ ਛੱਡ ਦਿਓ ਉੱਤੇ, ਜਦਾਮ ਛੱਡਿਆ ਹੁੰਦਾ ਬਲੂਨ ਨਾ ਜੀ। ਹੁਣ ਹਸਪਤਾਲ ਦੇ ਉੱਤੇ ਇੱਕ ਬਲੂਨ ਛੱਡਿਆ ਹੋਇਆ, ਨਾਈਟ੍ਰੋਜਨ ਗੈਸ ਭਰ ਕੇ, ਜਿੱਦਾਂ ਗੁਹਾਰਾ ਹੁੰਦਾ ਨਾ ਜੀ। ਉਹ ਛੱਡਿਆ ਹੋਇਆ ਤਾਂ ਕਿ ਐਮਰਜੈਂਸੀ ਕਿਸੇ ਨੂੰ ਦੂਰੋਂ ਪਤਾ ਲੱਗ ਜਾਵੇ ਵੀ ਉਸ ਜਗ੍ਹਾ ਤੇ ਅਸੀਂ ਪਹੁੰਚਣਾ ਆ ਜਿੱਥੇ ਬਲੂਨ ਲੱਗਿਆ ਹੋਇਆ ਆ। ਉਹਦੇ ਉੱਤੇ ਲਿਖਿਆ ਹੋਇਆ ਕਿਸਾਨ ਮਜ਼ਦੂਰ ਏਕਤਾ ਹਸਪਤਾਲ 24 ਘੰਟੇ ਸਰਵਿਸ ਆ। ਇਸ ਟਾਈਮ ਸਾਡੇ ਕੋਲੇ ਸਟਿਚਿੰਗ ਤੋਂ ਲੈ ਕੇ ਆਕਸੀਜਨ ਦੇ ਸਿਲੰਡਰ ਪਏ ਹੋਏ ਆ, ਇਹਦੀ ਮੋਨੀਟਰਿੰਗ ਮਸ਼ੀਨ ਪਈ ਹੋਈ ਹੈ, ECG ਮਸ਼ੀਨ ਪਈ ਹੋਈ ਹੈ ਜੀ ਸਾਡੇ ਕੋਲ। ਉਹ ਵੀ ਮਤਲਬ ਸੰਗਤ ਵੱਲੋਂ ਹੀ ਦਾਨ ਕੀਤਾ ਹੋਇਆ। ਉਹ ਫਿਰ ਇਹਦੇ ਚੱਲਦੇ ਨਾ ਜੀ ਸਾਨੂੰ ਐ ਸੀਗਾ ਵੀ ਦੂਰੋਂ ਥੋੜਾ ਆਉਣਾ ਔਖਾ ਹੋਇਆ। ਫਿਰ ਅਸੀਂ ਪਿੱਛੇ ਇਹ ਤੋਂ 4.5 ਕਿਲੋਮੀਟਰ ਪਿੱਛੇ TDI ਮਾਲ ਪੈਂਦਾ ਜੀ, ਉੱਥੇ ਫਿਰ ਭਾਜੀ ਉੱਥੇ ਮੈਂ ਇਹਦੇ ਫਿਰ ਬ੍ਰਾਂਚ ਬਣਾਈ ਅਸੀਂ, ਮਤਲਬ ਇੱਕ ਹੋਰ ਖੋਲਿਆ ਉੱਥੇ ਟੈਂਟ ਲਾ ਕੇ। ਉਸ ਟੈਂਟ ਦੀ ਜਾਂ ਸਾਡੇ ਜਿਹੜੇ ਸੈਲਰੀ ਬੇਸਿਸ ਤੇ ਵੀ ਡਾਕਟਰ ਹੈਗੇ ਆ, ਕੋਈ ਤਾਂ ਵਲੰਟੀਅਰ ਵੀ ਆਉਂਦੇ ਆ ਵਿੱਚ, ਕੋਈ ਸੈਲਰੀ ਬੇਸ ਤੇ। ਉਹ ਫਿਰ ਖਾਲਸਾ ਏਡ ਵਾਲੇ ਵੀ ਸਾਡੀ ਸਪੋਰਟ ਕਰ ਰਹੇ ਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ। ਧੰਨਵਾਦ ਹੈ ਜੀ ਉਹਨਾਂ ਦਾ। ਹਾਂਜੀ ਪਿੱਛੇ ਮਤਲਬ ਇਸ ਟਾਈਮ ਉੱਥੇ ਡੇ ਕੇਅਰ ਹੀ ਚੱਲ ਰਿਹਾ ਜੀ, ਉਹਦੀ ਵੀ ਬਣਾ ਰਹੇ ਆ ਸਕੀਮ, ਚੱਲ ਰਹੀ ਹੈ ਵੀ ਜੇ ਉਹਨੂੰ ਵੀ 24 ਘੰਟੇ ਕਰ ਦਿੱਤਾ ਜਾਵੇ, ਜੇ ਮਤਲਬ ਸੰਗਤ ਦੇ ਸਹਿਯੋਗ ਦੇ ਨਾਲ ਔਰ ਭੈਣਾਂ ਭਰਾਵਾਂ ਦੇ ਸਾਥ ਦੇ ਨਾਲ, ਔਰ ਜਿੰਨੀ ਵੀ ਮੈਡੀਸਨ ਵਗੈਰਾ ਸੰਗਤ ਕਾਫੀ ਸਹਿਯੋਗ ਦੇ ਰਹੀ ਹੈ। ਸੋ ਇਹਦੇ ਵਿੱਚ ਮੈਂ ਇੱਕ ਹੋਰ ਵੀ ਕਹਿਣਾ ਚਾਹੁੰਦਾ ਹਾਂ, ਸਾਡੇ NRI ਵੀਰਾਂ ਨੂੰ ਜਿਹੜੇ ਵੀ ਆਪਣੀ ਡੋਨੇਸ਼ਨ ਦਿੰਦੇ ਆ, ਬੜੀ ਸੋਚ ਸਮਝ ਕੇ ਦੇਣ ਵੀ ਤੁਹਾਡੀ ਜਿਹੜੀ ਬੜੀ ਮਿਹਨਤ ਦਾ ਪੈਸਾ ਆ ਉਹ ਕਿਤੇ ਮਿਸਯੂਜ਼ ਨਾ ਹੋ ਜਾਵੇ, ਗਲਤ ਨਾ ਵਰਤਿਆ ਜਾਵੇ। ਜੋ ਕਿਤੇ ਵੀ ਡੋਨੇਸ਼ਨ ਦੇਣੀ ਹੈ ਆਪਣੇ ਗਰਾਊਂਡ ਲੈਵਲ ਤੇ ਦੇਖ ਕੇ, ਜਾਂ ਉਸ ਜਗ੍ਹਾ ਦੇ, ਜਾਂ ਜਿਸ ਤਰ੍ਹਾਂ ਸਾਡੇ ਕਿਸੇ ਹਸਪਤਾਲ 'ਚ ਦਵਾਈ ਦੇਣੀ ਜਾਂ ਹੋਰ ਕੁਛ ਹੈਲਪ ਕਰਨੀ ਆ, ਉਹ ਪੂਰਾ ਮਤਲਬ ਫੋਨ ਨੰਬਰ ਤੇ ਉਹਦੇ ਨਾਲ ਜਿਹੜਾ ਵੀ ਮੇਨ ਬੰਦਾ ਆ ਉਹਦੇ ਨਾਲ ਕੰਟੈਕਟ ਕਰਕੇ, ਫੋਨ ਨੰਬਰ ਦੇ ਨਾਲ ਰਾਬਤਾ ਕਾਇਮ ਕਰਕੇ ਉੱਥੇ ਆਪਣੀ ਡੋਨੇਸ਼ਨ ਜਾਂ ਜੋ ਵੀ ਆਪਣਾ ਦਾਨ ਪੱਤਰ ਦੇਣਾ ਆ ਉਹਦੇ ਤੇ ਦਿੱਤਾ ਜਾਵੇ, ਤਾਂ ਕਿ ਤੁਹਾਡਾ ਜਿਹੜਾ 1-1 ਰੁਪਈਆ ਕਮਾਇਆ ਹੋਇਆ ਮਿਹਨਤ ਦੀ ਕਮਾਈ ਜਿਹੜੀ ਆ
ਉਹ ਕਿਤੇ ਗਲਤ ਨਾ ਵਰਤੀ ਜਾਵੇ। ਤੁਸੀਂ ਕਿਤੇ ਸੁਣਿਆ ਹੋਣਾ ਪਿੱਛੇ ਸੋਸ਼ਲ ਮੀਡੀਆ ਤੇ ਸੀਗੇ ਹਾਂਜੀ ਗੋਲਡੀ ਪੀਪੀ ਦਾ ਸੁਣਿਆ ਹੋਣਾ, ਉਹ ਕੋਈ ਨਹੀਂ ਦਿਸਿਆ ਇੱਥੇ ਜੀ। ਉਹਨਾਂ ਨੇ ਜੀ। ਵੀ ਕਾਫੀ ਮਤਲਬ ਏਦਾਂ ਦੇ ਬਣਾ ਕੇ NGO ਬਣਾ ਕੇ ਜਾਂ ਪੈਸੇ ਇਕੱਠੇ ਕਰਨ ਵਾਲੀਆਂ ਸੰਸਥਾ ਦਾ ਮਤਲਬ ਖਿਆਲ ਰੱਖੋ ਮੇਰਾ ਵੀਰ। ਮੈਂ ਤੁਹਾਨੂੰ ਇਹੀ ਨਹੀਂ ਬਿਲਕੁਲ ਜੀ, ਬੇਨਤੀ ਕਰੂੰਗਾ। ਬਿਲਕੁਲ ਭਾਜੀ ਤੁਸੀਂ ਬਿਲਕੁਲ ਸਹੀ ਹੈ ਜੀ। ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਜਿਹੜੀ ਕਿ ਭਾਜੀ ਹੁਣੀ ਗੱਲ ਕੀਤੀ ਹੈ, ਕਿਸਾਨ ਮਜ਼ਦੂਰ ਏਕਤਾ ਦਾ ਹਸਪੀਟਲ ਜਿਹੜਾ ਬਣਿਆ ਹੋਇਆ ਸਿੰਘੂ ਬਾਰਡਰ ਦੇ ਉੱਤੇ, ਤੇ ਭਾਜੀ ਹੁਣੀ ਉੱਥੇ ਸੇਵਾ ਕਰ ਰਹੇ ਆ ਪੂਰੀ। ਤੇ ਵੱਡੀ ਗੱਲ ਇਹ ਆ ਵੀ ਦੇਖੋ ਇਸ ਸੰਘਰਸ਼ ਨੇ ਇੱਕ ਹਿੰਦੂ ਸਿੱਖ ਦੇ ਦਿਲ ਦੇ ਵਿੱਚ ਕਿੱਦਾਂ ਪ੍ਰੇਮ ਜਗਾਇਆ ਕਿ ਭਾਜੀ ਹੁਣੀ ਇਸ ਵਕਤ ਆਸ਼ਰਮ ਜਿਹੜਾ ਬਣਾਇਆ ਹੋਇਆ ਉਹ ਮੰਦਿਰ ਵਿੱਚ ਬਣਾਇਆ ਹੋਇਆ, ਮੰਦਿਰ ਦੇ ਵਿੱਚ ਉਹਨਾਂ ਨੂੰ ਅੱਜ ਜਾਣੀ ਕਿ ਬੈਠੇ ਹੋਏ ਆ। ਭਾਜੀ ਇਹ ਦੇਸ਼ ਸੁਣ ਕੇ ਜਦੋਂ ਅਸੀਂ ਤੁਹਾਡੇ ਮੂੰਹੋਂ ਸੁਣਿਆ ਨਾ ਵੀ ਮੈਂ ਮੰਦਿਰ ਵਿੱਚ ਬੈਠਾ, ਤੇ ਇੱਕ ਜਿਹੜਾ ਇੱਕ ਉਹ ਸੱਭਿਆਚਾਰ ਜਿਹੜਾ ਸੀਗਾ ਨਾ ਸਾਡੇ ਸਿੱਖਾਂ ਦੇ, ਸਹੀ ਜਿਹੜੇ ਸਿੱਖ ਆ, ਜਿਹੜੇ ਆਪਾਂ ਸਹੀ ਸਿੱਖਿਆ ਆਪਾਂ, ਜਿਹੜੇ ਯਾਨੀ ਕਿ ਕਿਸੇ ਯਾਨੀ ਕਿ ਕਿਸੇ ਨੂੰ ਨੀਵਾਂ ਨਹੀਂ ਸਮਝਦੇ, ਸਭ ਨੂੰ ਇੱਕੋ ਜਿਹਾ ਸਮਝਦੇ ਆ, ਉਹ ਦੇਖ ਕੇ ਬੜਾ ਮਨ ਖੁਸ਼ ਹੈ। ਭਾਜੀ ਮੈਂ ਦੁਬਾਰਾ ਤੁਹਾਡੇ ਵੱਲ ਆਉਣਾ, ਸਭ ਉਸ ਤੋਂ ਪਹਿਲਾਂ ਮੈਂ ਆਪਣੇ ਨਾਲ ਸਨੀ ਸੰਧੂ ਜੀ ਹੈਗੇ ਨੇ ਜਿਹੜੇ ਕਿ ਭਾਜੀ ਅਮਰੀਕਾ ਵਿੱਚ ਰਹਿੰਦੇ ਨੇ। ਭਾਈ ਸਾਹਿਬ ਸਤਿ ਸ੍ਰੀ ਅਕਾਲ ਭਾਜੀ। ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੇਖਣ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਤੇ ਤੁਹਾਨੂੰ ਦੋਨਾਂ ਅਮਰਜੀਤ ਭਾਜੀਆਂ ਨੂੰ ਵੀ ਸਤਿ ਸ੍ਰੀ ਅਕਾਲ। ਹਾਂਜੀ ਤੇ ਥੈਂਕ ਯੂ, ਤੁਸੀਂ ਮੈਨੂੰ ਆਪਣੇ ਨਾਲ ਜੋੜਿਆ। ਥੈਂਕ ਯੂ ਭਾਜੀ, ਥੈਂਕ ਯੂ। ਤੇ ਭਾਜੀ ਮੈਂ ਸਨੀ ਭਾਜੀ ਤੁਹਾਨੂੰ ਇੱਕ ਕੁਐਸਚਨ ਕਰਨਾ ਚਾਹੁੰਦਾ। ਮੈਂ ਵੀ ਜਿੱਦਾਂ ਗੱਲਬਾਤ ਦੇ ਵਿੱਚ ਅਮਰਜੀਤ ਭਾਜੀ ਹੁਣੀ ਵੀ ਗੱਲ ਕੀਤੀ, ਮੈਂ ਵੀ ਸਰਕਾਰ ਦੇ ਡਰੇ ਹੋਣ ਦੀ, ਕਿ ਸਰਕਾਰ ਇਸ ਲਈ ਡਰੀ ਹੋਈ ਆ। ਤੇ ਤੁਸੀਂ ਕੀ ਸਮਝਦੇ ਆ ਵੀ ਜਿਹੜਾ ਮੋਦੀ ਨੇ ਸੰਸਦ ਦੇ ਵਿੱਚ ਰੋਣਾ ਕੱਢਿਆ ਤੇ ਨਾਲੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਕਿਸਾਨਾਂ ਦੇ ਬਾਰੇ ਚ ਉਹਨਾਂ ਦੇ ਖਿਲਾਫ, ਉਹ ਤੁਸੀਂ ਕੀ ਉਹਨੂੰ ਕਿਸ ਤਰੀਕੇ ਨਾਲ ਲੈਂਦੇ ਆ? ਅਮਰਜੀਤ ਭਾਜੀ, ਜਿਸ ਤਰ੍ਹਾਂ ਕਿ ਉਹਨਾਂ ਨੇ ਇੱਕ ਅੰਦੋਲਨ ਜੀਵੀ ਤੇ ਪਰਜੀਵੀ ਸ਼ਬਦ ਵਰਤੇ ਕਿਸਾਨਾਂ ਲਈ, ਉਹ ਸਭ ਤੋਂ ਪਹਿਲਾਂ ਤਾਂ ਬਹੁਤ ਜ਼ਿਆਦਾ ਨਿੰਦਣਯੋਗ ਨੇ। ਉਹ ਮਤਲਬ ਇੱਕ ਪਾਰਲੀਮੈਂਟਰੀ ਭਾਸ਼ਾ ਦੇ ਵਿੱਚ ਉਹਨਾਂ ਨੇ ਗਾਲਾਂ ਕੱਢਣ ਵਾਲਾ ਕੰਮ ਕੀਤਾ, which is unbelievable ਤੇ unacceptable, ਕਿ ਉਹਨਾਂ ਨੇ ਇਸ ਅੰਦੋਲਨ ਜੀਵੀ ਤੇ ਪਰਜੀਵੀ ਸ਼ਬਦ ਵਰਤੇ। ਬਹੁਤ ਅਫਸੋਸਨਾਕ ਹੈ। ਇੱਕ ਪ੍ਰਾਈਮ ਮਿਨਿਸਟਰ ਜਿਹੜਾ ਮੁਲਕ ਦਾ, ਉਹ ਇੱਕ ਬੀਜੇਪੀ ਦਾ ਪ੍ਰਾਈਮ ਮਿਨਿਸਟਰ ਨਹੀਂ ਹੈ, ਜਾਂ ਇੱਕ ਪਾਰਟੀ ਦਾ ਪ੍ਰਾਈਮ ਮਿਨਿਸਟਰ ਨਹੀਂ ਹੈ, ਜਾਂ ਇੱਕ ਤਬਕੇ ਦਾ ਪ੍ਰਾਈਮ ਮਿਨਿਸਟਰ ਨਹੀਂ ਹੈ। ਉਹ ਸਾਰੇ ਮੁਲਕ ਦਾ ਪ੍ਰਾਈਮ ਮਿਨਿਸਟਰ ਹੈ, ਹਰ ਇੱਕ ਨਾਗਰਿਕ ਦਾ ਪ੍ਰਾਈਮ ਮਿਨਿਸਟਰ ਹੈ। ਉਹਨੂੰ ਏਦਾਂ ਦੀਆਂ ਗੱਲਾਂ ਸੋਚ ਸਮਝ ਕੇ ਵਿਚਾਰ ਕਰਕੇ ਬੋਲਣੀਆਂ ਚਾਹੀਦੀਆਂ ਨੇ। ਤੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਸਾਰਿਆਂ ਨੂੰ ਉਹਦੀ ਨਿੰਦਿਆ ਕਰਨੀ ਚਾਹੀਦੀ। ਦੂਸਰੀ ਗੱਲ ਰਹੀ ਕਿ ਵੀ ਸਰਕਾਰ ਡਰੀ ਹੋਈ ਹੈ, ਜਿਹੜੀ ਉਹਨਾਂ ਦੇ ਡਰ ਦਾ ਇੱਕ ਬੜਾ ਵੱਡਾ ਪ੍ਰਤੀਕ ਇਹ ਹੈ ਕਿ ਕੰਗਣਾ ਰਣੌਤ ਜੋ ਵੀ ਟਵੀਟ ਕਰਦੀ ਹੈ ਉਹ ਉਹਨਾਂ ਦੇ ਸਿਰ ਮੱਥੇ ਹੈ, ਪਰ ਰਿਹਾਨਾ ਇੱਕ ਟਵੀਟ ਕਰਦੀ ਹੈ ਸਾਡੀ ਸਾਰੀ ਸਰਕਾਰ ਹਿੱਲ ਜਾਂਦੀ ਹੈ। ਇੱਕ ਛੋਟੀ ਜਿਹੀ ਬੱਚੀ ਜਿਹਦਾ ਨਾਂ ਗ੍ਰੇਟਾ ਥੁਨਬਰਗ ਹੈ, ਉਹ ਇੱਕ ਟਵੀਟ ਕਰਦੀ ਹੈ ਜਾਂ ਦੋ ਟਵੀਟ ਕਰਦੀ ਹੈ, ਤੇ ਤਾਂ ਵੀ ਸਾਰੀ ਸਾਡੀ ਸਰਕਾਰ ਨੂੰ ਭੱਜਣਾ ਪੈ ਜਾਂਦਾ। ਤੇ ਅਫਸੋਸ ਹੈ, ਬਹੁਤ ਜ਼ਿਆਦਾ ਮੈਨੂੰ ਦੁੱਖ ਲੱਗਿਆ ਕਿ ਦਿਸ਼ਾ ਰਵੀ ਨਾਂ ਦੀ 21 ਸਾਲ ਦੀ ਬੇਟੀ ਨੂੰ ਇਹਨਾਂ ਸਾਡੇ ਸਰਕਾਰੀ ਤੰਤਰ ਜਿਹੜਾ ਕਿ ਇਸ ਟਾਈਮ ਕਰਪਟ ਤੰਤਰ ਹੈ, ਉਹਨਾਂ ਨੇ ਉਹਨੂੰ ਅਰੈਸਟ ਕਰ ਲਿਆ। ਤੇ ਉਹਦਾ ਕਸੂਰ ਵੀ ਕੀ ਹੈ? ਇੱਕ ਬੱਚਾ ਜਾਂ ਇੱਕ ਨੌਜਵਾਨ ਆਪਣੇ ਦਿਲ ਦੀ ਗੱਲ ਵੀ ਨਹੀਂ ਬੋਲ ਸਕਦਾ, ਤਾਂ ਸਾਡਾ ਜਿਹੜਾ ਪ੍ਰਜਾ ਤੰਤਰ ਹੈ, ਜੋ ਲੋਕਤੰਤਰ ਹੈ, ਉਹ ਕਿਸ ਪਾਸੇ ਵੱਲ ਜਾ ਰਿਹਾ ਹੈ? ਕੀ ਅਸੀਂ ਡਿਕਟੇਟਰਸ਼ਿਪ ਵੱਲ ਸਲਾਈਡ ਤਾਂ ਨਹੀਂ ਕਰ ਚੁੱਕੇ? ਮੈਂ ਕਾਫੀ ਦੇਰ ਤੋਂ ਇਹ ਕਹਿੰਦਾ ਆ ਰਿਹਾ ਕਿ ਵੀ ਇੱਕ ਸੌਫਟ ਡਿਕਟੇਟਰਸ਼ਿਪ ਹੈ, ਬੜੀ ਨਰਮ ਹੈ ਡਿਕਟੇਟਰਸ਼ਿਪ, ਪਰ ਇਹਨੂੰ ਜਾਮਾ ਜਿਹੜਾ ਹੈ ਉਹ ਪ੍ਰਜਾ ਤੰਤਰ ਲੋਕਤੰਤਰ ਦਾ ਪਹਿਨਾਇਆ ਹੋਇਆ, ਪਰ ਹੈ ਇਹ ਡਿਕਟੇਟਰਸ਼ਿਪ। ਤੇ ਉਹਦੀਆਂ ਮਿਸਾਲਾਂ ਸਾਡੇ ਸਾਹਮਣੇ ਆ ਰਹੀਆਂ ਨੇ। ਬੱਚਿਆਂ ਨੂੰ, ਛੋਟੀ ਉਮਰ ਦੇ ਬੱਚਿਆਂ ਨੂੰ ਫੜ ਕੇ ਉਹਨਾਂ ਤੇ ਤਸ਼ੱਦਦ ਕੀਤਾ ਜਾਂਦਾ। ਸਾਡੇ ਇੱਕ 80 ਸਾਲ ਦੇ ਬਜ਼ੁਰਗ ਨੂੰ ਪ੍ਰਸ਼ਾਦਾ ਛਕਦੇ ਹੋਏ ਉਹਨਾਂ ਨੇ ਚੁੱਕ ਲਿਆ ਤੇ ਉਹਨਾਂ ਨੂੰ ਤਿਹਾੜ ਜੇਲ੍ਹ ਦੇ ਵਿੱਚ ਲਿਜਾ ਕੇ ਕੁੱਟਿਆ ਮਾਰਿਆ, ਜਦ ਕਿ ਉਹਨਾਂ ਦਾ ਕਸੂਰ ਕੀ ਸੀ? ਸਿਰਫ ਇੱਕ ਅੰਦੋਲਨ ਕਰ ਰਹੇ ਨੇ। ਤੇ ਅਸੀਂ ਜਿਹੜੇ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਬੈਠੇ ਆਪਣਾ ਯੋਗਦਾਨ ਪਾ ਰਹੇ ਹਾਂ, ਉਹ ਕੋਈ ਅਸੀਂ ਅੰਦੋਲਨ ਤੇ ਅਹਿਸਾਨ ਨਹੀਂ ਕਰ ਰਹੇ, ਜਿਵੇਂ ਅਮਰਜੀਤ ਭਾਜੀ ਸਾਡਾ ਆਪਣਾ ਥੈਂਕ ਯੂ ਕਰ ਰਹੇ ਸੀ, ਔਰ ਬਲਕਿ ਅਸੀਂ ਆਪਣੀ ਲੜਾਈ ਲੜ ਰਹੇ ਹਾਂ। ਕਿਉਂਕਿ ਅਸੀਂ ਦੂਰ ਬੈਠੇ ਹਾਂ, ਅਸੀਂ ਦੂਰ ਬੈਠ ਕੇ ਏਦਾਂ ਦੀ ਹੀ ਲੜਾਈ ਲੜ ਸਕਦੇ ਹਾਂ, ਤੇ ਅਸੀਂ ਉਹ ਲੜਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਆਵਾਜ਼ ਬੁਲੰਦ ਕਰ ਸਕਦੇ ਹਾਂ, ਅਸੀਂ ਆਵਾਜ਼ ਬੁਲੰਦ ਕਰ ਰਹੇ ਹਾਂ। ਤੇ ਜੋ ਵੀ ਵੀਰ ਭੈਣ ਭਰਾ ਆਪਣੀਆਂ ਇਹ ਗੱਲਾਂ ਸੁਣ ਰਿਹਾ, ਉਹਨਾਂ ਸਾਰਿਆਂ ਨੂੰ ਆਪਦੇ ਲੈਵਲ ਤੇ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਤੇ
ਬਾਕੀ ਕੋਈ ਬਿਲਕੁਲ ਭਾਜੀ, ਬਿਲਕੁਲ ਸਹੀ ਗੱਲ ਹੈ। ਜਿੱਦਾਂ ਹੁਣ ਤੁਸੀਂ ਗੱਲ ਕੀਤੀ ਹੈ, ਇਸ ਵਕਤ ਦੇਖੋ ਸਰਕਾਰ ਦਾ ਕੰਮ ਹੁੰਦਾ ਆ ਕਿ ਤੁਸੀਂ ਕਿਸੇ ਵੀ ਚੀਜ਼ ਨੂੰ ਆਪਣੀ ਜਿਹੜੀ ਵਿਵਸਥਾ ਆ ਉਹਨੂੰ ਬਣਾਉਣਾ, ਉਹਨੂੰ ਤੁਸੀਂ ਸ਼ਾਂਤਮਈ ਰੱਖਣਾ। ਉਹ ਕੰਮ ਕਿਸਾਨ ਕਰ ਰਹੇ ਆ। ਸਰਕਾਰ ਉਲਟਾ ਕੰਮ ਕਰੀ ਜਾ ਰਹੀ, ਜਦ ਕਿ ਜਿਹੜੇ ਅੰਦੋਲਨਕਾਰੀ ਹੁੰਦੇ ਆ ਉਹਨਾਂ ਤੋਂ ਜ਼ਿਆਦਾ ਖਤਰਾ ਹੁੰਦਾ ਕਿ ਉਹ ਕੋਈ ਨਾ ਕੋਈ ਹੁੱਲੜਬਾਜ਼ੀ ਕਰਨਗੇ ਜਾਂ ਕੋਈ ਕਿਸੇ ਤਰੀਕੇ ਦੀ ਕੋਈ ਗੱਲਬਾਤ ਕਰਨਗੇ ਜਿਹਦੇ ਨਾਲ ਨੁਕਸਾਨ ਹੋਊਗਾ ਹੈ। ਉਹ ਸਰਕਾਰ ਦਾ, ਜਿਹੜੀ ਸਰਕਾਰ ਦਾ ਕੰਮ ਆ ਉਹ ਕਿਸਾਨ ਕਰ ਰਹੇ ਆ ਕਿ ਸ਼ਾਂਤਮਈ ਤਰੀਕੇ ਦੇ ਨਾਲ ਬੈਠੇ ਉਹ ਆਪਣਾ ਸੰਘਰਸ਼ ਲੜ ਰਹੇ। ਜਿੱਦਾਂ ਅਮਰਜੀਤ ਭਾਜੀ ਨੇ ਕਿਹਾ ਕਿ ਉਹ ਫਿਊਜ਼ ਕੱਢ ਕੇ ਚਲੇ ਗਏ, ਅਸੀਂ ਫਿਊਜ਼ ਬਣਾ ਲਿਆ ਪਰ ਅਸੀਂ ਉਹਨੂੰ ਕੁੱਟਿਆ ਨਹੀਂ, ਉਸਨੂੰ ਮਾਰਿਆ ਨਹੀਂ, ਤੇ ਉਸਨੂੰ ਫਿਰ ਕਿਹਾ ਭਾਈ ਵੀ ਤੇਰੇ ਅੱਗੇ ਰਿਕੁਐਸਟ ਹੀ ਆ ਵੀ ਜਿਹੜਾ ਤੂੰ ਜਿੱਦਾਂ ਭਾਜੀ ਨੇ ਗੱਲ ਸੁਣਾਈ ਆ, ਤੇ ਇਹਦਾ ਮਤਲਬ ਇਹ ਆ ਕਿ ਸਰਕਾਰਾਂ ਸਹੀ ਹੋਣੀਆਂ ਬਹੁਤ ਜ਼ਰੂਰੀ ਆ ਕਿਸੇ ਕੰਟਰੀ ਦੇ ਲਈ। ਜੇ ਸਰਕਾਰਾਂ ਸਹੀ ਨਾ ਹੋਣ ਤਾਂ ਜਿਹੜੇ ਅੰਦੋਲਨ ਵੀ ਆ, ਸ਼ਾਂਤਮਈ ਅੰਦੋਲਨ ਵੀ, ਉਹਨਾਂ ਨੂੰ ਖਰਾਬ ਕਰਨ ਦੀ ਸਰਕਾਰ ਪੂਰਾ ਕੋਸ਼ਿਸ਼ ਕਰਦੀ ਆ। ਬੇਸਿਕਲੀ ਜਿਵੇਂ ਮੈਂ ਪਹਿਲਾਂ ਕਿਹਾ ਵੀ ਇਹ ਡਿਕਟੇਟਰਸ਼ਿਪ ਹੈ। ਇਹ ਸਾਰੇ ਜੋ ਵੀ ਲੱਛਣ ਨੇ, ਇਹ ਜਿਸ ਤਰ੍ਹਾਂ ਕਿ ਉੱਥੇ ਆ ਕੇ ਬਿਜਲੀ ਦਾ ਬੰਦ ਕਰ ਦੇਣਾ, ਹਨੇਰਾ ਕਰ ਦੇਣਾ, ਇੰਟਰਨੈਟ ਬੰਦ ਕਰ ਦੇਣਾ, ਆਪਣੇ ਪਾਣੀ ਦਾ ਪ੍ਰਬੰਧ ਹੈ ਉਹਨੂੰ ਬੰਦ ਕਰ ਦੇਣਾ, ਬੱਚਿਆਂ ਨੂੰ, ਛੋਟੇ ਛੋਟੇ ਉਮਰ ਦੇ ਬੱਚਿਆਂ ਨੂੰ ਜਿਹੜੇ ਕਿ ਇੰਡੀਵਿਜੂਅਲ ਨੇ, ਉਹ ਕੋਈ ਆਰਗੇਨਾਈਜੇਸ਼ਨਸ ਵੀ ਹੈ ਨਹੀਂ, ਉਹਨਾਂ ਨੂੰ ਫੜ ਕੇ ਅਰੈਸਟ ਕਰ ਲੈਣਾ ਤੇ ਉਹਨਾਂ ਤੇ ਤਸ਼ੱਦਦ ਕਰਨਾ, ਬਜ਼ੁਰਗਾਂ ਦੇ 80-80 ਸਾਲ ਦੇ ਬਜ਼ੁਰਗਾਂ ਤੇ ਤਸ਼ੱਦਦ ਕਰਨਾ, ਇਹ ਸਾਰੀਆਂ ਨਿਸ਼ਾਨੀਆਂ, ਸਾਰੇ ਲੱਛਣ ਇਹ ਡਿਕਟੇਟਰਸ਼ਿਪ ਦੇ, ਤਾਨਾਸ਼ਾਹੀ ਦੇ ਨੇ। ਤੇ ਅਫਸੋਸ ਦੀ ਗੱਲ ਇਹ ਹੈ ਕਿ ਇਹਨੂੰ ਜਾਮਾ ਜਿਹੜਾ ਹੈ ਉਹ ਡੈਮੋਕ੍ਰੇਸੀ ਦਾ ਜਾਂ ਲੋਕਤੰਤਰ ਦਾ ਪਹਿਨਾਇਆ ਹੈ। ਮੈਂ ਇਹਨੂੰ ਕਿਸੇ ਵੀ ਡਿਕਟੇਟਰਸ਼ਿਪ ਤੋਂ ਘੱਟ ਨਹੀਂ ਕਰਦਾ। ਹੁਣ ਮੈਂ ਇੱਕ ਥੋੜੀ ਜਿਹੀ ਗੱਲ ਐਡ ਕਰਨੀ ਚਾਹੁੰਦਾ ਕਿ ਬਹੁਤ ਸਾਰੇ ਨੌਜਵਾਨਾਂ ਤੋਂ ਮੈਂ ਹੁਣ ਰੀਸੈਂਟਲੀ ਉਹਨਾਂ ਦੇ ਜਿਹੜੇ ਫੇਸਬੁੱਕ ਤੇ ਉਹਨਾਂ ਦੇ ਪੋਸਟ ਨੇ, ਉਹਨਾਂ ਦੇ ਵਿੱਚ ਪੜ੍ਹਦਾ ਕਿ ਵੀ ਸਾਨੂੰ 2 ਮਹੀਨੇ ਹੋ ਗਏ, 2.5 ਮਹੀਨੇ ਹੋ ਗਏ, ਆਲਮੋਸਟ 3 ਮਹੀਨੇ ਹੋ ਚੱਲੇ ਦਿੱਲੀ ਨੂੰ ਘੇਰਾ ਪਾ ਕੇ ਬੈਠਿਆਂ ਨੂੰ, ਤੇ ਅਸੀਂ ਕੀ ਖੱਟਿਆ ਹੁਣ ਤੱਕ। ਤੇ ਮੈਂ ਉਹਨਾਂ ਬੱਚਿਆਂ ਨੂੰ ਜਾਂ ਉਹਨਾਂ ਭੈਣਾਂ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਬਈ ਖੱਟਿਆ ਤਾਂ ਬਹੁਤ ਕੁਛ ਹੈ। ਅਸੀਂ ਸਰਕਾਰ ਨੂੰ ਜਿਹੜਾ ਮੋਦੀ ਕਦੇ ਕੋਈ ਗੱਲ ਨਹੀਂ ਸੀ ਕਰਨਾ ਚਾਹੁੰਦਾ, ਅੱਜ ਮੋਦੀ ਉਹਦੇ ਬਾਰੇ ਗੱਲ ਕਰ ਰਿਹਾ। ਜਿਹੜੀ ਸਰਕਾਰ ਕਦੇ ਸਾਨੂੰ ਐਕਨੋਲੇਜ ਨਹੀਂ ਸੀ ਕਰਦੀ ਸਾਡੇ ਧਰਨੇ ਨੂੰ, ਅੱਜ ਉਹ ਛੋਟੇ ਛੋਟੇ ਬੱਚਿਆਂ ਦੇ ਟਵੀਟਸ ਨੂੰ ਵੀ ਐਕਨੋਲੇਜ ਕਰ ਰਹੇ ਨੇ। ਅਸੀਂ ਖੱਟਿਆ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ। ਪਰ ਮੈਂ ਇੱਕ ਜਿਹੜੀ ਸਭ ਤੋਂ ਵੱਧ ਇੰਪੋਰਟੈਂਟ ਗੱਲ ਐਡ ਕਰਨੀ ਚਾਹੁੰਦਾ, ਉਹ ਇਹ ਹੈ ਵੀ ਜਦੋਂ ਕੂਪ ਹੁੰਦਾ ਹੈ, ਜਦੋਂ ਤਖਤਾ ਪਲਟੀ ਕੀਤੀ ਜਾਂਦੀ ਹੈ, ਤਖਤ ਪਲਟਾ ਦਿੱਤੇ ਜਾਂਦੇ ਨੇ, ਆਮ ਤੌਰ ਤੇ ਫੌਜ ਵੱਲੋਂ ਹੁੰਦੇ ਨੇ, ਉਹਦੇ ਚ ਖੂਨ ਖਰਾਬਾ ਵੀ ਬਹੁਤ ਹੁੰਦਾ ਹੈ, ਨੁਕਸਾਨ ਵੀ ਬਹੁਤ ਹੁੰਦਾ ਹੈ, ਪਰ ਉਹ 2-4 ਦਿਨ ਦੇ ਵਿੱਚ ਕੰਮ ਹੋ ਜਾਂਦਾ ਹੈ। ਉਸ ਤੋਂ ਬਾਅਦ ਨੈਕਸਟ ਹੁੰਦਾ ਹੈ ਕਿ ਰੈਵੋਲੂਸ਼ਨ ਹੁੰਦਾ, ਜਦੋਂ ਸਾਰੀ ਦੁਨੀਆ ਉੱਠ ਖੜਦੀ ਹੈ ਤੇ ਉਹ ਸਾਰੀ ਦੁਨੀਆ ਮਤਲਬ ਕੋਸ਼ਿਸ਼ ਕਰਦੀ ਹੈ ਕਿ ਤਖਤਾ ਪਲਟਾ ਦਿੱਤਾ ਜਾਵੇ। ਉਹਨੂੰ ਰੈਵੋਲੂਸ਼ਨ ਕਹਿੰਦੇ ਆ, ਤੇ ਉਹਨੂੰ ਕੁਝ ਦਿਨਾਂ ਤੋਂ ਲੈ ਕੇ 2-4 ਹਫ਼ਤੇ ਦੇ ਵਿੱਚ ਉਹ ਕੰਮ ਹੋ ਜਾਂਦਾ, ਜਾਂ ਹੱਦ 2 ਮਹੀਨੇ ਲੱਗ ਜਾਂਦੇ ਨੇ, ਜਾਂ ਮਹੀਨਾ, 1.5 ਮਹੀਨਾ, 2 ਮਹੀਨੇ ਚ। ਜਿਹੜੇ ਅੰਦੋਲਨ ਨੇ ਆਮ ਤੌਰ ਤੇ ਮਹੀਨਿਆਂ ਤੋਂ ਲੈ ਕੇ ਸਾਲਾਂ ਦੇ ਵਿੱਚ ਵੀ ਚਲੇ ਜਾਂਦੇ ਨੇ। ਅੰਦੋਲਨਾਂ ਦੇ ਆਪਦੇ ਫੇਜ਼ ਹੁੰਦੇ ਨੇ, ਅੰਦੋਲਨਾਂ ਦੇ ਆਪਦੇ ਪੜਾਅ ਹੁੰਦੇ ਨੇ, ਸਟੈਪ ਹੁੰਦੇ ਨੇ। ਤੇ ਸਾਡਾ ਜਿਹੜਾ ਇਹ ਇੱਕ ਸ਼ਾਂਤਮਈ ਅੰਦੋਲਨ ਹੈ, ਇਹਨੂੰ ਮਹੀਨੇ ਲੱਗ ਸਕਦੇ ਨੇ, ਹੋ ਸਕਦਾ ਹੈ ਸਾਲ, 2 ਸਾਲ ਵੀ ਲੱਗ ਜਾਣ, ਕਿਉਂਕਿ ਸ਼ਾਂਤਮਈ ਅੰਦੋਲਨ ਨੂੰ ਸਰਕਾਰ ਦਬਾ ਵੀ ਨਹੀਂ ਸਕਦੀ, ਤੇ ਉਸ ਅੰਦੋਲਨ ਨੂੰ ਉਹ ਜੇ ਨਹੀਂ ਸਹਿਮਤ ਹੋਣਾ ਚਾਹੁੰਦੇ ਤੇ ਆਪਾਂ ਉਹਨਾਂ ਬਾਰੇ ਕੁਝ ਕਰ ਵੀ ਨਹੀਂ ਸਕਦੇ। ਪਰ ਕੁਝ ਕਰਨ ਯੋਗ ਸਾਡੇ ਕੋਲੇ ਹਲੇ ਵੀ ਹੈ ਕਿ ਹੁਣ ਸਾਨੂੰ ਜਿਹੜੇ ਬੀਜੇਪੀ ਦੇ ਮੈਂਬਰ ਪਾਰਲੀਮੈਂਟਸ ਨੇ ਤੇ ਐਮਐਲਏ ਨੇ, ਉਹਨਾਂ ਦਾ ਵੱਖਰੀਆਂ ਕਨਸਟੀਚੁਐਂਸੀ ਦੇ ਵਿੱਚ ਜਾ ਕੇ ਉਹਨਾਂ ਦਾ ਘਿਰਾਅ ਕਰਨਾ ਚਾਹੀਦਾ। ਉਹਨਾਂ ਨੂੰ ਘੇਰ ਕੇ ਉਹਨਾਂ ਨੂੰ ਪੁੱਛੋ ਵੀ ਭਾਈ ਤੁਸੀਂ ਸਾਡੇ ਨਾਲ ਸਹਿਮਤ ਕਿਉਂ ਨਹੀਂ, ਤੁਹਾਨੂੰ ਕਿਉਂ ਨਹੀਂ ਸਾਡੇ ਕਾਨੂੰਨਾਂ ਬਾਰੇ ਗੱਲ ਸਮਝ ਲੱਗਦੀ, ਕਿਉਂ ਨਹੀਂ ਤੁਸੀਂ ਆਪਦੇ ਪ੍ਰਾਈਮ ਮਿਨਿਸਟਰ ਦੇ ਉੱਪਰ ਪ੍ਰੈਸ਼ਰ ਬਣਾਉਂਦੇ ਤੇ ਉਹਨਾਂ ਨੂੰ ਅਸੀਂ ਇਹ ਕਹਿੰਦੇ ਕਿ ਵੀ ਕਿਸਾਨਾਂ ਦੀਆਂ ਮੰਗਾਂ ਨੇ ਜਿਹੜੀਆਂ 3 ਕਾਲੇ ਕਾਨੂੰਨ ਵਾਪਸ ਕਰਨ ਦੀਆਂ, ਉਹ ਤੁਸੀਂ ਕਿਉਂ ਨਹੀਂ ਮੰਨਦੇ। ਬੇਸਿਕਲੀ ਸਾਨੂੰ ਇੰਡੀਵਿਜੂਅਲ ਲੈਵਲ ਤੇ ਜਾ ਕੇ ਇੱਕ ਤਾਂ ਸਾਰੀਆਂ ਦੂਰ ਪਰੇ ਦੀਆਂ ਜਿਹੜੀਆਂ ਸਟੇਟਾਂ ਨੇ, ਉੱਥੇ ਸਾਨੂੰ ਕਿਸਾਨਾਂ ਨੂੰ ਮੋਬਿਲਾਈਜ਼ ਕਰਨ ਦੀ ਲੋੜ ਹੈ। ਤੇ ਨੰਬਰ 2 ਜਿਹੜੇ ਐਮਐਲਏ ਤੇ ਐਮਪੀ ਨੇ, ਇੰਡੀਵਿਜੂਅਲ ਜਿੱਥੇ ਵੀ ਹਨ, ਬਾਹਰਲੀਆਂ ਦੂਰ ਪਰੇ ਦੀਆਂ ਸਟੇਟਾਂ ਨੇ, ਉਹਨਾਂ ਦੇ ਵਿੱਚ ਸਾਨੂੰ ਉਹਨਾਂ ਦਾ ਜਾ ਕੇ ਘਿਰਾਓ ਕਰਨਾ ਚਾਹੀਦਾ। ਤੇ ਬਾਅਦ ਚੋਂ ਨੈਕਸਟ ਸਟੈਪ ਹੋ ਸਕਦਾ ਕਿ ਵੀ ਅਸੀਂ ਜਿਹੜੇ ਡੀਸੀ ਆਫਿਸਰਸ ਨੇ,
ਅਸੀਂ ਉਹਨਾਂ ਨੂੰ ਡਿਸਰਪਟ ਕਰੀਏ, ਉਹਨਾਂ ਦਾ ਘਰਾਅ ਕਰੀਏ ਵੱਖਰੇ ਵੱਖਰੇ ਥਾਂ ਤੇ ਜਾ ਕੇ, ਤਾਂ ਕਿ ਜਿਹੜੀ ਹੁਣ ਤੱਕ ਉਹ ਅਸੀਂ ਦਿੱਲੀ ਬੈਠ ਕੇ ਜਿਹੜੀ ਆਵਾਜ਼ ਉਹਨਾਂ ਨੂੰ ਸੁਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਆਵਾਜ਼ ਉਹਨਾਂ ਦੇ MLA ਤੇ MP ਤੇ DC ਆਫਿਸਿਸ ਜਿਹੜੇ ਨੇ, ਉਹ ਸਾਡੀ ਆਵਾਜ਼ ਉਹ ਉਹਨਾਂ ਦੇ ਕੰਨਾਂ ਤੱਕ ਪਹੁੰਚਾਉਣ ਕਿ ਬਈ ਹੁਣ ਤਾਂ ਸਾਡੇ ਦਫ਼ਤਰਾਂ ਦੇ ਵੀ ਘਰਾਅ ਹੋਣ ਲੱਗ ਗਏ ਤੇ ਸਾਨੂੰ ਕੁਝ ਕਰਨਾ ਚਾਹੀਦਾ। ਬਿਲਕੁਲ ਸੰਧੂ ਸਾਹਿਬ, ਤੁਸੀਂ ਬਿਲਕੁਲ ਸਹੀ ਗੱਲ ਕਹੀ ਆ। ਤੇ ਥੋੜਾ ਜਿਹਾ ਇਦਾਂ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਥੋੜਾ ਟਾਈਮ ਦੇ ਕਰਕੇ ਆਪਾਂ ਗੱਲਾਂ ਤਾਂ ਬਹੁਤ ਨੇ ਔਰ ਆਪਾਂ ਪ੍ਰੋਗਰਾਮ 2 ਘੰਟੇ ਵੀ ਕਰ ਸਕਦੇ ਹਾਂ, ਪਰ ਟਾਈਮ ਥੋੜਾ ਹੋਣ ਕਰਕੇ ਆਪਾਂ ਥੋੜਾ ਜਿਹਾ ਵਿਸਤਾਰ ਦੇ ਵਿੱਚ ਜਾ ਕੇ ਤੇ ਮੈਂ ਅਮਰਜੀਤ ਭਾਜੀ ਨੂੰ ਇਹ ਕੁਐਸਚਨ ਕਰਨਾ ਚਾਹੁੰਦਾ ਭਾਜੀ ਵੀ ਜਿਹੜੀਆਂ ਮਹਾ ਪੰਚਾਇਤਾਂ ਹੋ ਰਹੀਆਂ ਇਸ ਵਕਤ ਪੂਰੇ ਇੰਡੀਆ ਦੇ ਵਿੱਚ, ਉਹਨਾਂ ਬਾਰੇ ਸਾਨੂੰ ਬੜੀ ਜਾਣਕਾਰੀ ਦਿਓ। ਤੁਸੀਂ ਤਾਂ ਇੰਡੀਆ ਵਿੱਚ ਬੈਠੇ ਆ, ਮਹਾ ਪੰਚਾਇਤਾਂ ਬਾਰੇ ਤੁਹਾਨੂੰ ਕਿੱਦਾਂ ਲੱਗਦਾ ਵੀ ਇਹ ਕਿੰਨੀ ਕੁ ਸਪੋਰਟ ਹੋ ਰਹੀ ਆ ਕਿਸਾਨ ਅੰਦੋਲਨ ਦੀ? ਇਹ ਮੈਂ ਤੁਹਾਨੂੰ ਦੱਸਾਂ, ਇੱਥੇ ਬੈਠੇ ਹੋਏ ਆ ਲੋਕਲ, ਪਹਿਲਾਂ ਤਾਂ ਹਰਿਆਣੇ ਦੀ ਗੱਲ ਕਰ ਲਈਏ ਨਾ ਜੀ। ਜੀ, ਹਰਿਆਣੇ ਦੇ ਵਿੱਚ ਇੱਕ ਦਈਆ ਖਾਬ ਆ ਜਿੱਦਾਂ ਜਿਸ ਤਰ੍ਹਾਂ ਆਪਣੇ ਨੀ ਕਹਿ ਲਈਏ ਵੀ ਜਠੇਰੇ ਬਣਾਏ ਹੁੰਦੇ ਆ ਗੋਤਬਾਈ, ਹਾਂਜੀ, ਇਹ ਇਸ ਤਰ੍ਹਾਂ ਇਹਨਾਂ ਦੇ ਹਰਿਆਣੇ ਦੇ ਵਿੱਚ ਇਸੇ ਤਰ੍ਹਾਂ ਦੀਆਂ ਇਹਨਾਂ ਨੇ ਖਾਬਾਂ ਬਣਾਈਆਂ ਹੋਈਆਂ ਆ। ਉਹ ਪਿੰਡਾਂ ਦੀਆਂ ਖਾਬਾਂ ਰਲ ਕੇ ਜਿੱਦਾਂ ਮਹਾ ਪੰਚਾਇਤ ਬਣਦੀ ਫਿਰ। ਔਰ ਜਿਸ ਦਿਨ ਇਹੋ 26 ਤਰੀਕ ਨੂੰ ਇਹਨਾਂ ਨੇ ਭੜਕਾਊ ਭਾਸ਼ਣ ਦਿੱਤੇ ਜਾਂ ਮੀਡੀਆ ਨੇ ਗਲਤ ਬਿਆਨ ਦਿੱਤੇ, ਬੜਾ ਚਲਾਇਆ ਸੋਸ਼ਲ ਮੀਡੀਆ ਦੇ ਉੱਤੇ ਜਾਂ ਟੀਵੀਆਂ ਦੇ ਉੱਤੇ, ਤਕਰੀਬਨ ਤੁਹਾਨੂੰ ਮੈਂ ਦੱਸਾਂ ਵੀ ਇਹ 75% ਜਿਹੜੀ ਦਿੱਲੀ ਪੁਲਿਸ ਆ ਉਹਦੇ ਵਿੱਚ ਹਰਿਆਣੇ ਦੇ ਬੱਚੇ ਆ। ਅੱਛਾ ਜੀ। ਤੇ ਉਹ ਮੈਨੂੰ ਮੁੰਡੇ ਟੱਕਰੇ ਏਦਾਂ ਬੈਠੇ ਸੀਗੇ ਤੇ ਉਹ ਗੱਲਾਂ ਬਾਤਾਂ ਸੁਣਾਉਣ ਲੱਗ ਪਏ, ਕਹਿੰਦੇ ਵੀ ਉਹ ਸਾਡੇ ਪਿੰਡ ਦੇ ਮੁੰਡੇ ਨੇ ਸਪੈਸ਼ਲ ਪਾਇਆ ਵੀ ਜਿਹੜਾ ਤਿਰੰਗਾ ਝੰਡਾ ਆ ਉਹਦੀ ਕੋਈ ਬੇਅਦਬੀ ਨਹੀਂ ਹੋਈ, ਕਿਸੇ ਨੂੰ ਕੁਝ ਨਹੀਂ ਕੀਤਾ ਗਿਆ। ਔਰ ਉਸ ਪਿੰਡ ਦੇ ਵਿੱਚ ਸਾਰੇ ਬੰਦੇ ਇਕੱਠੇ ਹੋ ਕੇ ਉਹਨਾਂ ਨੇ ਇਹ ਫੈਸਲਾ ਲਿਆ ਉਸ ਦਿਨ 26/27 ਨੂੰ ਵੀ ਇਸ ਅੰਦੋਲਨ ਦੇ ਉੱਤੇ ਕਿਸੇ ਨੂੰ ਅਟੈਕ ਨਹੀਂ ਕਰਨ ਦਿੱਤਾ ਜਾਊਗਾ, ਕੋਈ ਆ ਜਾਵੇ, ਪੁਲਿਸ ਆ ਜਾਵੇ, ਆਰਮੀ ਆ ਜਾਵੇ, ਔਰ ਪਿੰਡਾਂ ਵਾਲੇ ਸਾਥ ਦੇਣਗੇ। ਇਹਨਾਂ ਨੇ ਇਹ ਕਿਹਾ ਪਿੰਡਾਂ ਦੇ ਵਿੱਚ ਵੀ ਇਹ ਪੰਜਾਬ ਦੇ ਸਾਡੇ ਮਹਿਮਾਨ ਆਏ ਹੋਏ ਆ, ਮਹਿਮਾਨ ਦੇ ਨਾਲ ਕਿੱਦਾਂ ਦਾ ਟਰੀਟ ਕਰਨਾ ਆ ਉਹ ਤੁਸੀਂ ਆਪ ਦੇਖੋ। ਉਸ ਬੰਦੇ ਨੇ ਮੈਨੂੰ ਮਤਲਬ ਗਰਾਊਂਡ ਲੈਵਲ ਤੇ ਅਸੀਂ ਘੁੰਮਦੇ ਫਿਰਦੇ ਹਰਿਆਣੇ ਵਾਲੇ ਮੁੰਡਿਆਂ ਨਾਲ ਸਾਰੇ ਬੈਠਦੇ ਉੱਠਦੇ ਰਹੀਦਾ ਜੀ। ਇਹ ਮਤਲਬ ਖਾਬਾਂ ਦੇ ਨਾਲ ਹੁਣ ਪਿੰਡਾਂ ਦੇ ਵਿੱਚ ਇਹੋ ਇਹਨਾਂ ਦਾ BJP ਦਾ ਬਾਈਕਾਟ ਹੋ ਰਿਹਾ, ਬਹੁਤ ਜ਼ਿਆਦਾ ਇਹਨਾਂ ਦਾ ਵਿਰੋਧ ਹੋ ਰਿਹਾ। ਜਿਸ ਤਰ੍ਹਾਂ ਭਾਜੀ ਉਹਨਾਂ ਨੇ ਗੱਲ ਕੀਤੀ ਪਹਿਲਾਂ ਵੀ ਇਹ ਗੌਰਮੈਂਟ ਹਿੱਲੀ ਹੋਈ ਹੈ ਜੀ, ਔਰ ਇਹ ਹੁਣ ਈਗੋ ਦੀ ਸਥਿਤੀ ਚ ਆਏ ਹੋਏ ਆ ਵੀ ਈਗੋ ਦੀ ਚੱਲ ਰਹੇ ਵੀ ਹੁਣ ਅਸੀਂ ਜਿੱਦਾਂ ਕਹਿ ਲਈਏ ਵੀ ਸੱਪ ਦੇ ਮੂੰਹ ਚ ਕੋੜ ਕਿਰਲੀ ਵਾਲਾ ਹਿਸਾਬ ਹੋ ਗਿਆ ਇਹਨਾਂ ਦਾ ਜੀ, ਵੀ ਛੱਡੇ ਜਾਂ ਨਾ ਛੱਡੇ। ਹੁਣ ਅੱਛਾ ਤੁਸੀਂ ਪੰਚਾਇਤਾਂ ਦੀ ਗੱਲ ਕੀਤੀ, ਤੁਸੀਂ ਜਗਰਾਵਾਂ ਦੇਖਿਆ ਸਾਡਾ ਇਕੱਠ ਹੋਇਆ ਜੀ, ਸਾਨੂੰ ਤਾਂ ਨਹੀਂ ਮੌਕਾ ਮਿਲਿਆ। ਉਹ ਜਿੰਨੇ ਅਸੀਂ ਸੰਘਰਸ਼ ਚ ਭਾਜੀ ਬੈਠੇ ਹੋਏ ਆ ਉਹਨਾਂ ਦੇ ਵਿੱਚੋਂ ਤਾਂ ਕੋਈ ਵੀ ਨਹੀਂ ਗਿਆ। ਸਾਡੇ ਤਕਰੀਬਨ ਜਿਹੜੇ ਆਗੂ ਆ, ਜਥੇਬੰਦੀਆਂ ਦੇ ਆਗੂ ਆ, ਉਹੀ ਗਏ ਸੀਗੇ ਮੇਨ ਆਗੂ। ਬਾਕੀ ਤਕਰੀਬਨ ਸਾਡੀ ਪੰਜਾਬ ਦਾ ਹਜੂਮ ਇਕੱਠਾ ਹੋਇਆ ਸੀ ਸਾਰਾ ਉੱਥੇ ਜੀ। ਔਰ ਤੁਸੀਂ ਦੇਖ ਹੀ ਲਿਆ, ਨੈਟ ਤੇ ਦੇਖ ਲਿਆ ਜਾਂ ਮਤਲਬ ਉੱਥੇ ਦੀ ਗਰਾਊਂਡ ਲੈਵਲ ਦੀਆਂ ਰਿਪੋਰਟਾਂ ਦੇਖ ਲਈਆਂ। ਉਹਦੇ ਬਾਅਦ ਰਾਜਸਥਾਨ ਦੇ ਵਿੱਚ ਆ ਜਿਹੜੀ 14 ਤਰੀਕ ਦਿੱਤੀ ਸੀਗੀ ਨਾ ਜੀ, 14 ਤਰੀਕ ਤੋਂ 12 ਨੂੰ ਰਾਜਸਥਾਨ ਦੇ ਵੀ ਆਪਾਂ ਜਿਹੜੇ ਟੋਲ ਪਲਾਜ਼ੇ ਉਹ ਵਿਦਆਊਟ ਚਾਰਜਿੰਗ ਕਰ ਦਿੱਤੇ ਆ, ਫ੍ਰੀ ਕਰ ਦਿੱਤੇ ਮਤਲਬ ਰਾਜਸਥਾਨ ਦੇ। ਹਾਂਜੀ, ਪੰਜਾਬ ਦੇ ਤਾਂ ਪਹਿਲਾਂ ਹੀ ਸੀਗੇ, ਹਰਿਆਣੇ ਦੇ ਕੀਤੇ, ਹੁਣ ਰਾਜਸਥਾਨ ਦੇ। ਜਿਸ ਤਰ੍ਹਾਂ ਕਹਿ ਰਹੇ ਵੀ ਇਹ ਮੂਵਮੈਂਟ ਜਿਹੜੀ ਚੱਲ ਰਹੀ ਆ, ਐ ਨਹੀਂ ਵੀ ਜਿਸ ਬੱਚੇ ਭਾਜੀ ਉਹਨਾਂ ਨੇ ਦੱਸਿਆ ਵੀ ਬੱਚੇ ਕਹਿ ਰਹੇ ਸੀ 2 ਮਹੀਨਿਆਂ ਚ ਕੀ ਖਟਿਆ, ਅਸੀਂ ਬਹੁਤ ਕੁਝ ਖੱਟ ਚੁੱਕੇ ਆ ਭਾਜੀ। ਔਰ ਸਾਡੀ ਜਿਹੜੀ ਪੰਜਾਬ ਦਾ ਜਿਹੜਾ ਕੱਦ ਆ ਉਹ ਸਾਰਿਆਂ ਨਾਲ ਉੱਚਾ ਹੋ ਚੁੱਕਾ। ਔਰ ਪੰਜਾਬ ਨੂੰ ਸਾਰਾ ਭਾਰਤ ਆਪਣਾ ਵੱਡਾ ਭਰਾ ਸਮਝ ਰਿਹਾ ਵੀ ਜੋ ਜਿਸ ਤਰ੍ਹਾਂ ਆਪਣੇ ਘਰਾਂ ਦੇ ਵਿੱਚ ਹੁੰਦਾ ਵੀ ਵੱਡੇ ਬੰਦੇ ਨੇ ਜਿਹੜੇ ਘਰ ਦੇ ਵਿੱਚ ਜੋ ਫੈਸਲਾ ਕਰ ਲਿਆ ਉਹਦੇ ਤੇ ਅਸੀਂ ਫੁੱਲ ਚੜਾਉਣੇ, ਉਹਨੂੰ ਅਸੀਂ ਸਿਰ ਮੱਥੇ ਖਿੜੇ ਮੱਥੇ ਪ੍ਰਵਾਨ ਕਰਦੇ। ਉਸੇ ਤਰ੍ਹਾਂ ਹੀ ਸਾਡੀਆਂ ਜਿਹੜੀਆਂ ਜਥੇਬੰਦੀਆਂ ਦੇ ਆਗੂ ਆ ਉਹਨਾਂ ਨੂੰ ਪੰਜਾਬ ਨੂੰ ਇੱਕ ਆਪਣਾ ਭਾਰਤ ਦਾ ਵੱਡਾ ਭਰਾ ਸਮਝ ਕੇ ਅੱਗੇ ਕੀਤਾ ਹੋਇਆ ਆ। ਔਰ ਜੋ ਵੀ ਉਹ ਫੈਸਲਾ ਕਰ ਰਹੇ ਆ ਉਹਨੂੰ ਮਤਲਬ ਐਕਸੈਪਟ ਕਰ ਰਹੇ ਆ, ਉਹਨੂੰ ਪ੍ਰਮਾਣ ਕਰ ਰਹੇ ਆ ਵੀ ਹਾਂ ਵੀ ਜੋ ਇਹਨਾਂ ਨੇ ਕੀਤਾ ਸਹੀ ਕਰ ਰਹੇ ਆ। ਪਰ ਇਹਨਾਂ ਦੇ ਜਿਹੜੇ ਫੈਸਲੇ ਵੀ ਆ ਬਹੁਤ ਵਧੀਆ ਫੈਸਲੇ ਆ। ਔਰ ਜਿਹੜੀ ਮੂਵਮੈਂਟ ਇਹ ਚੱਲ ਰਹੀ ਆ, ਅਸੀਂ ਇਹਨੂੰ ਮੂਵਮੈਂਟ ਨੂੰ ਜਿਸ ਤਰ੍ਹਾਂ ਭਾਜੀ ਉਹਨਾਂ ਨੇ ਦੱਸਿਆ ਵੀ ਅਸੀਂ ਇਹਨੂੰ ਲੰਬਾ ਕਰ ਸਕਦੇ। ਹੁਣ ਅਸੀਂ ਸਾਰੇ ਪਾਸੇ ਇਹੀ ਕਰ ਰਹੇ ਵੀ ਹਾਂ ਸਾਡੀ ਇਹ ਜਿਹੜਾ ਸੰਘਰਸ਼ ਆ ਲੰਬਾ ਜਾ ਸਕਦਾ। 3 ਮਹੀਨੇ ਸਾਨੂੰ ਹੋ ਗਏ ਆ,
3 ਮਹੀਨੇ ਹੋਰ ਵੀ ਲੱਗ ਸਕਦੇ ਆ। ਅਸੀਂ ਤਾਂ ਪਹਿਲੇ ਦਿਨ ਤੋਂ ਹੀ ਚੱਲੇ ਸੀ, ਜਦੋਂ ਘਰਾਂ ਤੋਂ ਜੀ ਅਸੀਂ 6-6 ਮਹੀਨੇ ਦਾ ਰਾਸ਼ਨ ਲੈ ਕੇ ਚੱਲੇ ਸੀਗੇ। ਔਰ ਸਾਡੀ ਜਦੋਂ ਜਥੇਬੰਦੀਆਂ ਦੀ ਮੀਟਿੰਗ ਵੀ ਹੋਈ ਸੀਗੀ ਜਾਂ ਮੀਟਿੰਗਾਂ ਚੱਲਦੀਆਂ ਵੀ ਸੀ, ਉਹਦੇ ਵਿੱਚ ਇਹੀ ਸੀ ਵੀ ਇੱਕ ਟਰਾਲੀ ਦੇ ਵਿੱਚ ਘੱਟ ਤੋਂ ਘੱਟ 5 ਬੰਦੇ, ਵੱਧ ਤੋਂ ਵੱਧ 10 ਬੰਦੇ ਹੋਣ, ਜਿਹੜੇ ਟਰਾਲੀ ਦੇ ਵਿੱਚ ਹੀ ਐਡਜਸਟ ਹੋ ਸਕਣ, ਟਰਾਲੀ ਦੇ ਵਿੱਚ ਹੀ ਸੌਂ ਸਕਣ, ਔਰ ਟਰਾਲੀ ਦੇ ਵਿੱਚ ਹੀ ਉਹਨਾਂ ਦਾ ਰਾਸ਼ਨ ਹੋਵੇ, ਗੈਸ ਸਿਲੰਡਰ ਹੋਵੇ, ਚੁੱਲ੍ਹਾ ਹੋਵੇ, 2 ਪਤੀਲੇ ਹੋਣ, ਇੱਕ ਚਾਹ ਵਾਲਾ, ਇੱਕ ਦੂਸਰਾ ਸਬਜ਼ੀ ਵਾਲਾ, ਔਰ ਆਪਣਾ ਰੋਟੀ ਪਾਣੀ ਦਾ ਸਾਰਾ ਰਾਸ਼ਨ 6 ਮਹੀਨਿਆਂ ਦਾ ਇੱਕ ਟਰਾਲੀ ਦੇ ਵਿੱਚ ਹੋਣਾ ਚਾਹੀਦਾ ਸੀ। ਅਸੀਂ ਤਾਂ ਪਹਿਲੇ ਦਿਨ ਤੋਂ ਹੀ, ਜੇ ਹੁਣ ਆਪਾਂ ਕਹਿ ਲਈਏ, ਜੇ ਸਾਡੇ ਬੱਚੇ ਕਹਿੰਦੇ ਜਾਂ ਹੋਰ ਕਹਿੰਦੇ ਵੀ 2 ਮਹੀਨਿਆਂ 'ਚ ਕੀ ਖੱਟਿਆ, ਇਹ ਤਾਂ ਸਾਡਾ ਪਹਿਲਾ ਹੀ ਟਾਰਗੇਟ 6 ਮਹੀਨੇ ਦਾ ਸੀ ਨਾ। ਸਾਨੂੰ ਪਤਾ ਇਹ ਮਤਲਬ ਸਾਡੇ ਜਥੇਬੰਦੀਆਂ ਦੇ ਜਿਹੜੇ ਆਗੂ ਆ, ਉਹਨਾਂ ਨੂੰ ਪਤਾ ਵੀ ਇਸ ਤਰ੍ਹਾਂ ਦੇ ਅੰਦੋਲਨ ਜਿਹੜੇ ਆ ਇਹ ਲੰਬੇ ਚੱਲ ਸਕਦੇ ਆ। ਹਾਂ ਠੀਕ ਆ, ਹੁਣ ਇਹ ਹਾਂ ਐਕਸਪੀਰੀਅੰਸ ਸੀਗਾ, ਔਰ ਉਸੇ ਐਕਸਪੀਰੀਅੰਸ ਦੇ ਸਦਕਾ ਹੀ ਅਸੀਂ ਚੱਲ ਰਹੇ ਆ। ਔਰ ਇਸ ਟਾਈਮ ਜਿਹੜਾ ਸਾਡਾ ਅੰਦੋਲਨ ਆ ਬਹੁਤ ਵਧੀਆ ਚੱਲ ਰਿਹਾ। ਕਿਸੇ ਨੂੰ ਇਸ ਅੰਦੋਲਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਲੈਟਰਿਨ ਬਾਥਰੂਮ ਹਰ ਰੋਜ਼ 5-5 10-10 ਬਣ ਰਹੇ ਆ। ਜਿਸ ਤਰ੍ਹਾਂ ਸਾਡੀਆਂ ਬੀਬੀਆਂ ਆਈਆਂ ਸੀ, ਤੁਸੀਂ ਦੇਖਿਆ, ਬੀਬੀ ਸਤਵੰਤ ਕੌਰ ਆ ਸਾਡੇ ਭੋਗਪੁਰ ਤੋਂ, ਜਲੰਧਰ ਜ਼ਿਲ੍ਹੇ ਦੇ ਪ੍ਰਧਾਨ ਆਂਗਨਵਾੜੀ ਦੇ, ਸਾਡੇ ਨਾਲ ਜੁੜੇ ਹੋਏ ਆ। ਔਰ ਜਿੱਦਣ 18 ਤਰੀਕ ਨੂੰ ਸੀਗਾ ਮਹਿਲਾ ਕਿਸਾਨ ਦਿਵਸ ਸੀਗਾ, ਉਸ ਦਿਨ ਵੀ ਬੀਬੀਆਂ ਆਈਆਂ। ਔਰ ਉਸ ਦਿਨ ਤਾਂ ਤੁਹਾਨੂੰ ਮੈਂ ਦੱਸਿਆ ਵੀ ਸੀ, ਉਦੋਂ ਤਾਂ ਆਪਣਾ ਨੈਟ ਚੱਲਦਾ ਸੀਗਾ ਵੀ ਸਾਰਾ ਕੰਟਰੋਲ ਹੀ ਬੀਬੀਆਂ ਤੇ ਸੀ। ਈਵਨ ਸਿਕਿਉਰਿਟੀ ਦਾ ਵੀ ਕੰਟਰੋਲ ਅਸੀਂ ਬੀਬੀਆਂ ਨੂੰ ਦਿੱਤਾ ਸੀ। ਇਹ ਸਾਡੀਆਂ ਮਾਵਾਂ ਭੈਣਾਂ ਬੀਬੀਆਂ ਸਾਡੀਆਂ, ਸਾਡੇ 80% ਮੈਂ ਉਸਲਾ ਵੀ ਦੱਸਿਆ 80% ਸਾਡੇ ਕੰਮ ਬੀਬੀਆਂ ਸਾਂਭਦੀਆਂ ਘਰ। ਚਲੋ ਮੈਂ ਆਪਣੀ ਤਾਂ ਗੱਲ ਕਰਨੀ ਹੁੰਦੀ ਹੈ ਹੱਡ ਬੀਤੀ ਜਾਂ ਜੱਗ ਬੀਤੀ, ਮੈਂ ਆਪਣੀ ਹੱਡ ਬੀਤੀ ਦੱਸਦਾ। ਚਲੋ ਮੇਰੇ ਘਰ ਵਾਈਫ ਹੈ ਇਕੱਲੇ, ਔਰ ਸਾਰਾ ਘਰ ਦਾ ਕੰਮ ਚੱਲ ਰਿਹਾ। ਮੇਰੇ ਯਾਰ ਦੋਸਤ ਜਿੰਨੇ ਵੀ ਹੈਗੇ ਆ, ਉਹ ਮੇਰੇ ਗੰਨੇ ਦਾ ਸੀਗਾ, ਮਿੱਲ ਤੇ ਗੰਨਾ ਭੇਜਣਾ ਸੀਗਾ, ਸਾਰਾ ਮਤਲਬ ਗੰਨਾ ਸੁੱਟ ਦਿੱਤਾ, ਜਿਹੜੀਆਂ 7-8 ਟਰਾਲੀਆਂ ਸੀਗੀਆਂ। ਔਰ ਮੈਨੂੰ ਇੱਥੇ ਕਹਿ ਰਹੇ ਵੀ ਤੁਸੀਂ ਉੱਥੇ ਡਟੇ ਰਹੋ, ਕਣਕ ਨੂੰ ਕੋਈ ਸਪਰੇਅ ਕਰਨ ਵਾਲੀ ਹੈ, ਖਾਦ ਮਾਰਨ ਵਾਲੀ ਹੈ। ਔਰ ਘਰਾਂ ਦੇ ਵਿੱਚ ਬੀਬੀਆਂ ਮਾਵਾਂ ਭੈਣਾਂ ਸਾਡੀਆਂ ਸਾਰਾ ਸਾਥ ਦੇ ਰਹੀਆਂ। ਇਹ ਤੁਹਾਨੂੰ ਮੈਂ ਜਿੱਦਾਂ ਪਤਾ ਹੀ ਹੈ ਆਪਣੀਆਂ ਬੀਬੀਆਂ ਮਾਵਾਂ ਭੈਣਾਂ ਦੇ ਇਤਿਹਾਸ ਦਾ, ਇਹ ਸਾਡੀਆਂ ਮਾਈ ਭਾਗੋ ਦੀਆਂ ਵਾਰਸ ਆ। ਇਹਨਾਂ ਨੇ ਸਵਾ ਮਣ ਪੀਸਿਆ ਹੋਇਆ। ਰਾਈਟ ਜੀ, ਬਿਲਕੁਲ ਸਹੀ ਗੱਲ ਹੈ ਜੀ। ਦੇਖੋ ਜੀ, ਜਿੱਦਾਂ ਸਾਨੀ ਭਾਜੀ ਆਪਾਂ ਤੁਸੀਂ ਕਹਿੰਦੇ ਸੀ ਨਾ ਵੀ ਜਿਹੜੇ ਨੌਜਵਾਨ ਦੇਖ ਰਹੇ ਵੀ ਕੀ ਖੱਟਿਆ, ਜੋ ਭਾਜੀ ਨੇ ਗੱਲ ਸੁਣਾਈ ਨਾ ਵੀ ਪਿੱਛੇ ਕੰਮ ਸੰਭਾਲਿਆ ਜਾ ਰਿਹਾ, ਭਾਈਚਾਰਾ ਖੱਟਿਆ, ਉਹ ਜਿਹੜਾ ਅਸੀਂ ਗਵਾ ਚੁੱਕੇ ਸੀ ਨਾ, ਜਿਹੜਾ ਭਾਈਚਾਰਾ ਅਸੀਂ ਗਵਾ ਚੁੱਕੇ ਸੀ, ਇੱਕ ਦਿਨ ਖਤਮ ਹੋ ਗਿਆ ਸੀ। ਕਹਿੰਦੇ ਸੀ ਨਾ ਵੀ ਅਸੀਂ ਬਾਹਰ ਬੈਠੇ ਗੱਲਾਂ ਕਰਦੇ ਹੁੰਦੇ ਸੀ, ਯਾਰ ਹੁਣ ਇੰਡੀਆ ਜਾਓ ਤੇ ਪੰਜਾਬ 'ਚ ਜਾਓ ਤਾਂ ਭਾਈਚਾਰਾ ਨਹੀਂ ਮਿਲਦਾ, ਸਮਾਂ ਕਿ ਗਵਾਂਢੀ ਨੂੰ ਬੁਲਾ ਕੇ ਰਾਜੀ ਨਹੀਂ ਆ। ਉਹ ਜਿਹੜੀ ਚੀਜ਼ ਸੀਗੀ ਉਹ ਜਾ ਚੁੱਕੀ ਸੀ, ਤੇ ਅੱਜ ਉਹ ਵਾਪਸ ਆ ਗਈ। ਅੱਜ ਉਹ ਭਾਈਚਾਰਾ ਸਾਰਾ ਵਾਪਸ ਆ ਗਿਆ। ਉੱਥੋਂ ਤਾਂ ਇਹ ਨਹੀਂ ਕੱਲਾ ਪੰਜਾਬ ਹੀ ਨਹੀਂ, ਹਰਿਆਣਾ ਤੁਸੀਂ ਦੇਖੋ ਵੀ, ਰਾਜਸਥਾਨ, ਬਿਹਾਰ, ਇਹ ਜਿਹੜੇ ਸਾਰੇ ਇਕੱਠੇ ਹੋ ਰਹੇ ਆ। ਇਹ ਜਿਹੜੀ ਏਕਤਾ ਆ, ਇਹ ਸੰਘਰਸ਼ ਨੇ ਦਿੱਤੀ ਆ। ਇਹ ਸੰਘਰਸ਼ ਬਹੁਤ ਇਤਿਹਾਸਕ ਸੰਘਰਸ਼ ਆ ਜੀ, ਇਹ ਬਹੁਤ ਪ੍ਰੇਮ ਦਾ ਅਸੀਂ ਇਹਨੇ ਸਬੂਤ ਦਿੱਤਾ ਜੀ ਸਵੇਰੇ ਸੰਘਰਸ਼ ਨੂੰ। ਅੱਛਾ, ਹੁਣ ਐਂਡ ਦੇ ਵਿੱਚ ਆਪਾਂ ਇੱਕ ਮਿੰਟ ਭਾਜੀ, ਇੱਕ ਮਿੰਟ ਮੈਂ ਤੁਹਾਨੂੰ ਦੱਸਣਾ ਸੀਗਾ। ਇਸੇ ਸੰਘਰਸ਼ ਦੇ ਵਿੱਚ ਸਾਡੇ ਕੋਲ ਡਾਕਟਰਾਂ ਦੀ ਟੀਮ ਆਈ ਸੀ ਤ੍ਰਿਪੁਰਾ ਤੋਂ ਜੀ। ਵਾਹ ਜੀ ਵਾਹ, ਕੀ ਬਾਤ। ਉਹ ਮੈਂ ਕਿਤੇ ਉਹਨਾਂ ਦੇ ਬੈਨਰ ਦਿਖਾਊਂਗਾ, ਮੈਂ ਤੁਹਾਨੂੰ ਫੋਟੋ ਵੀ ਮੈਂ ਤੁਹਾਨੂੰ ਸਪੈਸ਼ਲ ਪਾਊਂਗਾ। ਤ੍ਰਿਪੁਰਾ ਤੋਂ ਆਏ ਸੀ, ਉਹਨਾਂ ਨੂੰ ਅਸੀਂ ਦੂਸਰੇ ਬਾਰਡਰ ਤੇ ਵੀ ਘੁਮਾ ਕੇ ਲਿਆਏ, ਆਪਣੇ ਗਾਜੀਪੁਰ ਬਾਰਡਰ ਤੇ ਜਾਣਾ ਸੀ। ਉਹਨਾਂ ਨੇ ਸਪੈਸ਼ਲ ਉਹਨਾਂ ਨੂੰ ਡਾਕਟਰਾਂ ਨੂੰ ਘੁਮਾ ਕੇ ਲਿਆਏ। ਉਹ ਮਤਲਬ ਹਿੰਦੀ ਮਾੜੀ ਮੋਟੀ ਬੋਲਦੇ ਸੀ, ਬਾਕੀ ਆਪਾਂ ਇੰਗਲਿਸ਼ ਦੇ ਵਿੱਚ ਉਹਨਾਂ ਦੇ ਇੱਕ ਸਪੈਸ਼ਲ ਸਕਿਨ ਦੇ ਡਾਕਟਰ ਸੀ, ਇੱਕ ਔਰਥੋ ਦੇ ਡਾਕਟਰ ਸੀ, ਔਰ 2 ਦੂਸਰੇ ਉਹਨਾਂ ਦੇ ਟੀਮ ਵਰਕ ਸੀਗੀ, ਉਹ ਆਏ ਹੋਏ ਸੀਗੇ। ਉਹ ਮਤਲਬ ਇਹਨਾਂ ਦੇਖ ਕੇ ਪ੍ਰਭਾਵਿਤ ਹੋਏ, ਕਹਿੰਦੇ ਵੀ ਅਸੀਂ ਉੱਥੇ ਜਾ ਕੇ ਫਿਰ ਹੋਰ ਅਸੀਂ ਵਲੰਟੀਅਰ ਭੇਜਾਂਗੇ ਡਾਕਟਰ। ਸੋ ਉਹਨਾਂ ਦਾ ਰਹਿਣ ਪਹਿਣ ਸਹਿਣ ਦਾ ਸਾਰਾ ਅਸੀਂ ਇੰਤਜ਼ਾਮ ਕਰਦੇ ਹਾਂ। ਜਿਸ ਤਰ੍ਹਾਂ ਸਾਡੇ ਪਿੰਡਾਂ ਤੋਂ ਸੰਗਤ ਆਉਂਦੀ, ਉਹਨਾਂ ਦਾ ਵੀ ਰਹਿਣ ਪਹਿਣ ਸਹਿਣ ਦਾ ਪੂਰਾ ਪ੍ਰੋਗਰਾਮ ਕਰੀਦਾ। ਜਿੱਦਾਂ ਹੁਣ ਡਾਕਟਰ ਆਉਂਦੇ ਆ, ਨਰਸਿਸ ਆਉਂਦੇ ਆ, ਸਾਡੇ ਮੁੰਡੇ ਆ ਨਰਸਿਸ ਦੀ ਡਿਊਟੀ ਨਿਭਾਉਂਦੇ ਆ, ਫਾਰਮੇਸੀ ਦੇ ਆ, ਵਲੰਟੀਅਰ ਵੀ ਆਉਂਦੇ ਆ, ਸਾਰੇ ਮਤਲਬ ਦੂਰੋਂ ਵੀ ਆ ਰਹੇ। ਹੁਣ ਸਾਰੇ ਜੁੜ ਰਹੇ। ਜਿਸ ਤਰ੍ਹਾਂ ਜੀ ਬਹੁਤ ਕੁਝ ਖੱਟਿਆ ਭਾਜੀ, ਮੈਂ ਤਾਂ ਇੱਥੇ ਕਹਿ ਰਿਹਾ, ਮੈਂ ਤਾਂ ਇੰਨਾ ਕੁਝ ਖੱਟਿਆ, ਮੇਰਾ ਪਰਿਵਾਰ ਇੰਨਾ ਵੱਡਾ ਹੋ ਗਿਆ ਵੀ ਗੱਲ ਹੀ ਛੱਡ ਦੋ ਤੁਸੀਂ। ਮੈਨੂੰ ਵਿੱਚ ਭੁੱਲ ਗਿਆ ਸੀ ਵੀ ਉਹ ਡਾਕਟਰਾਂ ਦਾ ਜ਼ਿਕਰ ਕਰਨਾ ਸੀ। ਤ੍ਰਿਪੁਰਾ ਤੋਂ ਆਏ ਸੀਗੇ, ਉਹਨਾਂ ਨੇ 1 ਹਫ਼ਤਾ ਸਾਡੇ ਕੋਲ ਲਾਇਆ। ਹੁਣ ਸੰਡੇ ਨੂੰ ਉਹਨਾਂ ਦੀ ਫਲਾਈਟ ਸੀ, ਵਾਪਸੀ ਰਾਤ 11 ਵਜੇ ਗਏ। ਔਰ ਉੱਥੋਂ ਜਾ ਕੇ ਫੋਨ ਕਰਦੇ, ਕਹਿੰਦੇ ਅਸੀਂ ਮਿਸ ਕਰ ਰਹੇ ਹਾਂ ਯਾਰ, ਉੱਥੇ ਦਾ ਤਾਂ ਸਿਸਟਮ ਤੁਸੀਂ ਇੰਨਾ ਵਧੀਆ ਪੰਜਾਬ ਪਹਿਲੀ ਵਾਰੀ ਦੇਖਿਆ ਸੀ। ਇਸ ਤਰ੍ਹਾਂ ਦਾ ਪੰਜਾਬ ਔਰ ਇਸ ਤਰ੍ਹਾਂ ਦਾ ਜਿਹੜਾ ਸੰਘਰਸ਼ ਆ ਅਸੀਂ ਜ਼ਿੰਦਗੀ 'ਚ ਪਹਿਲੀ ਵਾਰੀ ਦੇਖਿਆ। ਔਰ ਹਾਈ ਲੈਵਲ ਦੇ ਡਾਕਟਰ, MD ਡਾਕਟਰ ਜੀ। ਭਾਜੀ ਮੈਂ ਨਾਲੇ ਤੁਹਾਡੀ ਗੱਲ ਤਾਂ ਹਰਿਆਣੇ ਦੇ ਹਰ ਸੱਤ ਦੇ ਵਿੱਚ ਹੁੰਦੀ ਆ ਕਿ ਜੇ ਤੁਸੀਂ ਸੰਘਰਸ਼ ਕਰਨਾ ਸਿੱਖਣਾ ਤਾਂ ਪੰਜਾਬੀਆਂ ਤੋਂ ਸਿੱਖੋ।
ਮੈਂ ਉਹ ਸਾਰੀ ਉਹਨਾਂ ਦੀ ਵੀਡੀਓ ਦੇਖੀ। ਹਰਿਆਣੇ ਦੇ ਵਿੱਚ ਕੋਈ ਹੋਈ ਸੀ, ਪੰਚਾਇਤ ਹੋਈ, ਕਾਫੀ ਵੱਡੀ ਪੰਚਾਇਤ ਸੀਗੀ। ਉਹਦੇ ਵਿੱਚ ਉਹ ਬੰਦਾ ਐਕਸਪਲੇਨ ਕਰ ਰਿਹਾ ਸੀਗਾ, ਕਹਿੰਦੇ ਜੇ ਤੁਸੀਂ ਵਾਕਈ ਸਿੱਖਣਾ ਨਾ ਵੀ ਸੰਘਰਸ਼ ਕਿੱਦਾਂ ਕੀਤਾ ਜਾਂਦਾ, ਕਹਿੰਦੇ ਜਾ ਕੇ ਸਿੰਘੂ ਬਾਰਡਰ ਤੇ ਠੀਕਰੀ ਬਾਰਡਰ ਤੇ ਜਾ ਕੇ ਦੇਖੋ ਸੰਘਰਸ਼ ਕਿੱਦਾਂ ਕੀਤੇ ਜਾਂਦੇ ਆ। ਜੇ ਕਿਸੇ ਨੂੰ ਇੱਕ ਗੜਵੀ ਦੀ ਦੁੱਧ ਦੀ ਲੋੜ ਆ ਤੇ ਇੱਕ ਗੜਵੀ ਲੈ ਕੇ ਜਾਂਦਾ, ਇਹ ਨਹੀਂ ਕਿ ਸਾਰਾ ਦੁੱਧ ਚਲੇ ਜਾ ਰਿਹਾ। ਇਹੋ ਜਿਹੀ ਇਮਾਨਦਾਰੀ, ਇਹੋ ਜਿਹੀ ਇਮੇਜ ਸਾਡੀ ਇਸ ਵਕਤ ਪੰਜਾਬ ਦੀ ਜਿਹੜੀ ਸੀ ਨਾ ਖਰਾਬ ਹੋ ਗਈ ਸੀਗੀ। ਜਿਹੜੇ ਕਿ ਬਾਕੀ ਸਟੇਟਾਂ ਕਹਿਣ ਲੱਗੀਆਂ ਸੀ, ਹੁਣ ਤਾਂ ਪੰਜਾਬ ਦੇ ਵਿੱਚ ਹੈ ਕੀ। ਪੰਜਾਬ ਨੇ ਵਾਕਿਆ ਇਹ ਇਮੇਜ ਦੁਬਾਰਾ ਖੜੀ ਕਰ ਲਈ ਸੰਘਰਸ਼ ਦੇ ਨਾਲ, ਔਰ ਬਹੁਤ ਵਧੀਆ। ਤੇ ਆਪਾਂ ਐਂਡ ਦੇ ਵਿੱਚ ਭਾਜੀ, ਸਨੀ ਭਾਜੀ, ਆਪਾਂ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨਾ ਚਾਹੋ ਸੰਘਰਸ਼ ਦੇ ਬਾਰੇ ਚ, ਕੋਈ ਹੋਰ ਵੀ ਗੱਲਬਾਤ ਪਲੀਜ਼। ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਕਿਸਾਨ ਵੀਰ ਉੱਥੇ ਬੈਠ ਕੇ ਸੰਘਰਸ਼ ਕਰ ਰਹੇ ਨੇ, ਸਾਡੀਆਂ ਮਾਵਾਂ ਭੈਣਾਂ, ਸਾਡੀਆਂ ਧੀਆਂ ਇਸ ਸੰਘਰਸ਼ ਦੇ ਵਿੱਚ ਆਪਦਾ ਹਿੱਸਾ ਪਾ ਰਹੀਆਂ ਨੇ, ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਰਨਾ ਬਣਦਾ, ਕਿਉਂਕਿ ਇੱਕ ਲਾਸਾਨੀ ਉਹਨਾਂ ਨੇ ਅੰਦੋਲਨ, ਲਾਸਾਨੀ ਮੋਰਚਾ ਵਿੱਢਿਆ ਹੈ ਤੇ ਉਹਦੇ ਚ ਕਾਮਯਾਬੀ ਵੱਲ ਨੂੰ ਹਰ ਰੋਜ਼ ਅਸੀਂ ਕਦਮ ਵੱਧ ਰਹੇ ਨੇ ਸਾਡੇ। ਤੇ ਮੈਂ ਧੰਨਵਾਦ ਕਰਦਾ ਸਾਡੀ ਲੀਡਰਸ਼ਿਪ ਜਿਹੜੀ ਉੱਥੇ ਹੈ, ਰਾਜੇਵਾਲ ਸਾਹਿਬ ਨੇ, ਉਗਰਾਹਾਂ ਸਾਹਿਬ ਨੇ, ਟਕੈਤ ਸਾਹਿਬ ਨੇ, ਉਹਨਾਂ ਨੇ ਇੱਕ ਲਾਸਾਨੀ ਲੀਡਰਸ਼ਿਪ ਦਾ ਮੁਜ਼ਾਹਰਾ ਕੀਤਾ ਜੀ। ਤੇ ਏਦਾਂ ਦੀ ਲੀਡਰਸ਼ਿਪ, ਇੰਨੀ ਪਬਲਿਕ ਨੂੰ ਡਿਸਪਲਿਨ ਦੇ ਵਿੱਚ ਰੱਖਣਾ, ਉਹਨਾਂ ਨੂੰ ਹੌਸਲਾ ਦੇ ਕੇ ਰੱਖਣਾ, ਉਹਨਾਂ ਨੂੰ ਇੱਕ ਡਾਇਰੈਕਸ਼ਨ ਦੇ ਵਿੱਚ ਤੋਰਨਾ, ਤੇ ਕੋਈ ਉੱਥੇ ਝਗੜਾ ਨਹੀਂ ਹੋਣ ਦੇਣਾ, ਕੋਈ ਵਾਇਲੈਂਸ ਨਹੀਂ ਹੋਣ ਦਿੱਤੀ, ਉਹਨਾਂ ਨੇ ਕੋਈ ਹਿੰਸਾ ਨਹੀਂ ਹੋਣ ਦਿੱਤੀ। ਮੈਂ ਉਹਨਾਂ ਨੂੰ ਸੈਲੂਟ ਕਰਦਾ, ਉਹਨਾਂ ਦਾ ਧੰਨਵਾਦ ਕਰਦਾ। ਉਸ ਤੋਂ ਬਿਨਾਂ ਮੈਂ ਆਪਣੇ ਨੌਜਵਾਨਾਂ ਦਾ, ਜਿਨ੍ਹਾਂ ਦੇ ਵਿੱਚ ਆਮ ਤੌਰ ਤੇ ਕਿਹਾ ਜਾਂਦਾ ਜੋਸ਼ ਦੇ ਵਿੱਚ ਹੋਸ਼ ਗਵਾ ਲੈਂਦੇ ਨੇ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਆਪਣੇ ਸਾਰਿਆਂ ਵੱਲੋਂ, ਕਿ ਉਹਨਾਂ ਨੇ ਆਪਣਾ ਹੋਸ਼ ਕਾਇਮ ਰੱਖੇ ਹੋਏ ਨੇ ਤੇ ਉਹਨਾਂ ਨੇ ਲੀਡਰਸ਼ਿਪ ਦੇ ਹੁਕਮਾਂ ਨੂੰ ਉਹ ਆਪਦੇ ਸਿਰ ਮੱਥੇ ਮੰਨਦੇ ਨੇ, ਤੇ ਉਹਨਾਂ ਨੇ ਇੱਕ ਬਹੁਤ ਐਗਜ਼ਾਮਪਲਰੀ ਆਪਣਾ ਕਰੈਕਟਰ ਦਾ, ਆਪਣੇ ਚਰਿੱਤਰ ਦਾ ਮੁਜ਼ਾਹਰਾ ਕੀਤਾ ਕਿ ਪੰਜਾਬ ਦੇ, ਹਰਿਆਣੇ ਦੇ ਨੌਜਵਾਨ ਬੱਚੇ ਨੇ ਜਿਹੜੇ, ਉਹ ਕਿੰਨਾ ਡਿਸਪਲਿਨ 'ਚ ਰਹਿ ਸਕਦੇ ਨੇ, ਕਿੰਨੇ ਉਹ ਆਗਿਆਕਾਰੀ ਨੇ ਆਪਣੇ ਬਜ਼ੁਰਗਾਂ ਦੇ। ਉਹਨਾਂ ਦਾ ਵੀ ਧੰਨਵਾਦ ਬਣਦਾ ਤੇ ਧੰਨਵਾਦ ਸਾਰਿਆਂ ਦਾ, ਤੇ ਧੰਨਵਾਦ ਮੋਦੀ ਸਾਹਿਬ ਦਾ ਵੀ ਬਣਦਾ ਕਿ ਉਹਨਾਂ ਨੇ ਸਾਨੂੰ ਇਕੱਠਿਆਂ ਕਰ ਦਿੱਤਾ। ਮੋਦੀ ਸਾਹਿਬ ਦਾ ਧੰਨਵਾਦ ਬਣਦਾ ਕਿ ਉਹਨਾਂ ਨੇ ਸਾਨੂੰ, ਸਾਡੇ ਭਰਾਵਾਂ ਦੇ ਨਾਲ ਬਿਠਾ ਦਿੱਤਾ, ਤੇ ਉਹਨਾਂ ਦਾ ਧੰਨਵਾਦ ਬਣਦਾ ਹੈ ਕਿ ਸਾਨੂੰ ਇਹ ਪਤਾ ਲੱਗ ਗਿਆ ਕਿ ਦੁਸ਼ਮਣ ਕਿੱਦਾਂ ਦੀਆਂ ਚਾਲਾਂ ਚੱਲਦਾ ਹੈ, ਤੇ ਅਸੀਂ ਉਹਨੂੰ ਗਿੱਚੀਓਂ ਕਦੋਂ ਫੜਨਾ ਹੈ, ਕਿਵੇਂ ਫੜਨਾ ਹੈ, ਤੇ ਕਿਵੇਂ ਉਹਨੂੰ ਨੱਕ ਰਗੜਾਉਣਾ ਹੈ। ਇਹ ਉਹਨਾਂ ਦਾ ਵੀ ਧੰਨਵਾਦ ਬਣਦਾ ਹੈ। ਬਾਕੀ ਤੇ ਤੁਸੀਂ ਆਪ ਸਿਆਣੇ ਹੋ, ਮੈਂ ਤਾਂ ਇੰਨੇ ਕਿ ਸ਼ਬਦ ਕਹਿ ਸਕਦਾ। ਮੇਰੇ ਵੱਲੋਂ ਧੰਨਵਾਦ ਸਾਰਿਆਂ ਦਾ। ਸਨੀ ਭਾਜੀ, ਤੁਸੀਂ ਕਿਉਂ ਮੋਦੀ ਦੇ ਜ਼ਖਮਾਂ ਤੇ ਲੂਣ ਛਿੜਕੀ ਜਾਂਦੇ ਆ? ਉਹਦਾ ਧੰਨਵਾਦ ਕਰਕੇ ਉਹ ਸਮਾਂਗੇ ਹੋਰ ਦੁਖੀ ਹੋ ਜਾਂਦਾ ਹੋਣਾ ਬੰਦਾ, ਧੰਨਵਾਦ ਸੁਣ ਕੇ। ਹਾਂਜੀ ਅੰਮ੍ਰਿਤ ਭਾਜੀ, ਆਪਾਂ ਨਾ ਤੁਸੀਂ ਵੀ ਐਂਡ ਦੇ ਵਿੱਚ ਸਾਨੂੰ ਕੋਈ ਸਲਾਹ ਦੇਣੀ ਚਾਹੋ, ਜਾਂ NRI ਵੱਲੋਂ ਕਿਸੇ ਹੈਲਪ ਦੀ ਲੋੜ ਹੋਵੇ ਤਾਂ ਪਲੀਜ਼ ਤੁਸੀਂ ਸ਼ੇਅਰ ਕਰੋ ਜੀ। ਮੈਂ ਜਿਸ ਤਰ੍ਹਾਂ ਸਨੀ ਭਾਜੀ ਨੇ ਕਿਹਾ ਵੀ ਇੱਥੇ ਜਿਹੜੇ ਸੰਘਰਸ਼ ਕਰ ਰਹੇ ਆ, ਉਹਨਾਂ ਦਾ ਧੰਨਵਾਦ, ਸਾਰਿਆਂ ਦਾ ਧੰਨਵਾਦ। ਇਹ ਸਾਰਾ ਇੱਕ ਆਪਣਾ ਪਰਿਵਾਰ ਬਣਿਆ ਹੋਇਆ, ਇੱਕ ਦੂਸਰੇ ਦੀ ਹੈਲਪ ਦੇ ਬਿਨਾਂ ਅਸੀਂ ਇਹ ਸੰਘਰਸ਼ ਨਹੀਂ ਚਲਾ ਸਕਦੇ ਸੀ। ਜਿਸ ਤਰ੍ਹਾਂ ਤੁਸੀਂ NRI ਵੀਰਾਂ ਨੇ ਬਾਹਰ ਬੈਠਿਆਂ ਨੇ ਪੂਰੀ ਹਮਦਰਦੀ ਦੇ ਨਾਲ, ਈਵਨ ਇਹ ਨਹੀਂ ਸਾਡੇ ਇੰਡੀਅਨ ਵੀਰ ਸੀਗੇ ਜਿਹੜੇ ਜਾਂ ਪੰਜਾਬੀ ਸੀਗੇ, ਉਹ ਤੁਸੀਂ ਦੇਖਿਆ ਹੀ ਹੈ, ਜਿਹੜੇ ਉੱਥੇ ਦੇ ਬਸਿੰਦੇ ਆ, ਜਾਂ ਆਪਾਂ ਆਪਣੀ ਪੰਜਾਬੀ ਚ ਗੋਰੇ ਕਹਿ ਲੈਂਦੇ ਆ, ਉੱਥੇ ਦੇ ਸਿਟੀਜ਼ਨ ਆ ਜਾਂ ਸਾਡੇ ਬੱਚੇ ਆ, ਉਹਨਾਂ ਨੇ ਟਵੀਟ ਕਰਕੇ ਬੜਾ ਵਧੀਆ ਕੀਤਾ। ਉਹਨਾਂ ਦਾ ਸਾਰਿਆਂ ਦਾ ਧੰਨਵਾਦ। ਔਰ ਜੇ ਕੋਈ, ਮੈਂ ਪਹਿਲਾਂ ਵੀ ਦੱਸ ਚੁੱਕਾ ਤੁਹਾਨੂੰ, ਜੇ ਕੋਈ ਆਪਣੀ ਡੋਨੇਟ ਕਰਨਾ ਚਾਹੁੰਦਾ ਆ, ਆਪਣੀ 10-9 ਦੀ ਕਿਰਤ ਦੇ ਵਿੱਚੋਂ ਇਸ ਸੰਘਰਸ਼ 'ਚ ਹਿੱਸਾ ਪਾਉਣਾ ਚਾਹੁੰਦਾ, ਬੜੀ ਸੋਚ ਸਮਝ ਕੇ ਆਪਣਾ ਜੋ ਵੀ ਡੋਨੇਟ ਕਰਨਾ ਆ, ਗਰਾਊਂਡ ਲੈਵਲ ਤੇ ਆਪਣੇ ਪਿੰਡਾਂ ਦੇ ਮੁੰਡੇ ਹੈਗੇ ਆ, ਉਹਨਾਂ ਨੂੰ ਦੱਸੋ ਵੀ ਹਾਂ, ਪਿੰਡਾਂ ਦੇ ਵਿੱਚੋਂ ਬਹੁਤ ਚੰਗੇ ਮੁੰਡੇ ਆ, ਹੁਣ ਆ ਰਹੇ ਆ। ਹੁਣ ਤਕਰੀਬਨ ਅਸੀਂ ਸਾਰੇ ਬੱਚਿਆਂ ਨੂੰ ਕਿਹਾ ਹੋਇਆ ਵੀ ਹੁਣ ਗੱਡੀਆਂ ਤੇ ਆਓ, ਟਰੈਕਟਰ ਟਰਾਲੀਆਂ ਤਾਂ ਇੱਥੇ ਹੈਗੀਆਂ ਜਿਹੜੀਆਂ ਹੈਗੀਆਂ, ਔਰ ਟਰੈਕਟਰ ਟਰਾਲੀ ਦੇ ਟਾਈਮ ਜ਼ਿਆਦਾ ਲੱਗਦਾ ਆ, ਔਰ ਜੇ ਕੋਈ ਸਮਾਨ ਸੱਤਾ ਲੈਣਾ ਹੈ, ਰਾਸ਼ਨ ਦੀ ਲੋੜ ਆ, ਇੱਥੋਂ ਮਿਲ ਜਾਂਦਾ ਆ, ਤਾਂ ਅਸੀਂ ਇੱਥੋਂ ਲੋਕਲ ਖਰੀਦ ਕੇ ਉਹਨਾਂ ਨੇ ਮਤਲਬ ਲੰਗਰਾਂ ਦੇ ਵਿੱਚ ਪਾਈਏ। ਔਰ ਜਾਂ ਜੇ ਤੇਲ ਪਾਣੀ ਦੀ ਲੋੜ ਆਪਣੇ ਪਿੰਡਾਂ ਦੇ ਵਿੱਚ ਜਿੰਨੇ ਵੀ NRI ਵੀਰ ਆ, ਗਰਾਊਂਡ ਲੈਵਲ ਤੇ ਦੋ, ਕਿ ਉਹ ਜੇ ਕੋਈ NGO ਬਣਾ ਕੇ ਵੀਡੀਓ ਪਾ ਦਿੰਦਾ ਵੀ ਅਸੀਂ ਤੇ ਹਸਪੀਟਲ ਖੋਲਿਆ, ਅਸੀਂ ਤੇ ਲੰਗਰ ਖੋਲਿਆ ਆ, ਅਸੀਂ ਤੇ ਆਹ ਸੇਵਾ ਕਰ ਰਹੇ ਤੇ ਆਹ ਸੇਵਾ ਕਰ ਰਹੇ ਆ, ਮਤਲਬ ਇਹਨਾਂ ਤੋਂ ਬਚ ਕੇ। ਸੋ ਜਿਹੜੀ ਤੁਹਾਡੀ 10-9 ਦੀ ਕਿਰਤ ਕਮਾਈ ਆ, ਉਹ ਤੁਹਾਡੀ ਥਾਂ ਪਏ, ਗਰਾਊਂਡ ਲੈਵਲ ਤੇ ਜਾਏ, ਉਹ ਜਿਸ ਨੂੰ ਲੋੜ ਆ ਉਹਨੂੰ ਮਿਲੇ। ਸੋ ਮੈਂ NRI ਵੀਰਾਂ ਦਾ ਵੀ
ਬਹੁਤ ਬਹੁਤ ਧੰਨਵਾਦ ਕਰਦਾ। ਔਰ ਜਿਸ ਤਰ੍ਹਾਂ ਆਹ ਗੱਲ ਚੱਲਦੀ ਸੀ ਨਾ, ਮਤਲਬ ਭਾਈਚਾਰਾ ਸਾਡਾ ਇਕੱਠਾ ਹੋਇਆ, ਇੱਥੋਂ ਭਾਈਚਾਰਾ ਇੱਕ ਹੋਰ ਨਿਕਲ ਕੇ ਆਇਆ ਹੈ ਜੀ। ਹਰਿਆਣੇ ਵਾਲੇ ਔਰ ਪੰਜਾਬ ਦੇ ਇਹ ਰਿਸ਼ਤੇਦਾਰੀਆਂ ਬਣ ਜਾਣੀਆਂ। ਉਹ ਮੇਰੇ ਇੱਥੇ ਯਾਰ ਦੋਸਤ ਬਣੇ ਹੋਏ ਆ, ਉਹ ਕਹਿੰਦੇ ਯਾਰ ਜੇ ਅਸੀਂ ਮਿਲਣ ਆਏ ਤਾਂ ਸਾਨੂੰ ਮਹੀਨਾ ਤਾਂ ਚਾਹੀਦਾ ਉੱਥੇ। ਜਿੰਨੇ ਕਿੱਥੇ ਯਾਰੀ ਦੋਸਤੀ ਬਣ ਗਈ ਆ ਵੀ ਜੇ ਹਰੇਕ ਦੇ ਕੋਲ ਇੱਕ ਇੱਕ ਦਿਨ ਵੀ ਲਾਈਏ ਤੇ ਮਤਲਬ ਇੰਨੇ ਕੁ ਯਾਰ ਦੋਸਤ ਬਣ ਗਏ, ਜੇ ਅਸੀਂ ਮਿਲਣਗੇ ਤਾਂ ਮਹੀਨਾ। ਹਾਂਜੀ ਬਣਦਾ ਵੀ ਹੈ ਜੀ ਮਹੀਨਾ ਉਹਨਾਂ ਦਾ, ਤੇ ਉਹਨਾਂ ਨੇ ਸਾਨੂੰ 3 ਮਹੀਨੇ ਤੋਂ ਸਾਂਭ ਰਹੇ ਨੇ, ਤੇ ਅਸੀਂ ਉਹਨਾਂ ਨੂੰ ਮਹੀਨਾ ਤੇ ਇਹ ਤਾਂ ਫਿਰ ਸਾਂਭ ਸਕਦੇ ਹਾਂ। ਸਨੀ ਭਾਜੀ ਇਹ ਤਾਂ ਜੀ, ਗੱਲ ਹੋ ਜੀ। ਗਈ ਜਦੋਂ ਆਪਾਂ ਬਾਹਰੋਂ ਜਾਈਦਾ ਨਾ, ਜਦੋਂ ਇੱਥੋਂ ਬਾਹਰੋਂ ਜਾਈਦਾ ਸਾਰਿਆਂ ਨੂੰ ਮਿਲ ਕੇ ਆਈਦਾ, ਸਾਨੂੰ ਮਹੀਨਾ ਲੱਗ ਜਾਂਦਾ। ਹੁਣ ਤਾਂ ਵੀ ਹਰਿਆਣਾ ਹੀ ਬਾਹਰੋਂ, ਹਰਿਆਣਾ ਤੇ ਪੰਜਾਬ ਬਾਹਰ ਹੀ ਹੋ ਜਾਣਾ, ਕਹਿਣਾ ਚਲੋ ਵੀ ਆਪਾਂ ਪੰਜਾਬ ਚਲੀਏ। ਨਹੀਂ ਬਹੁਤ ਸਾਰੀ ਵਧੀਆ। ਹਾਂਜੀ 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 ਗੁੱਸੇ ਵਾਲੀ ਗੱਲ ਨਹੀਂ। ਜਦੋਂ ਸਾਡੇ NRI ਵੀਰ ਆਉਂਦੇ, ਸਾਡੇ ਘਰ ਦੇ ਕੋਈ ਰਿਸ਼ਤੇਦਾਰ ਆਉਂਦੇ ਸੀ ਨਾ, ਉਹ ਫੋਨ ਕਰਦੇ ਵੀ ਅਸੀਂ ਦਿੱਲੀ ਆ ਰਹੇ, ਸਾਨੂੰ ਲੈਣ ਆ ਜਿਓ, ਤਾਂ ਅਸੀਂ ਨਾ ਮਤਲਬ ਮੂੰਹ ਵੱਟ ਪਰੇ ਨੂੰ ਕਰੀਦਾ, ਯਾਰ ਕਿਹੜਾ 6 ਘੰਟੇ ਦੀ ਜਾਊਗਾ ਫੇਰ ਆਊਗਾ, ਤੁਸੀਂ ਏਦਾਂ ਕਰੋ ਗੱਡੀ ਭੇਜ ਦਿੰਦੇ, ਤੁਸੀਂ ਇਕੱਲੇ ਆ ਜਾਈਏ। ਤਾਂ ਹੁਣ ਅਸੀਂ ਵੀ ਇਹਨਾਂ ਨੂੰ ਕਿੰਨੇ ਹਰਿਆਣੇ ਵਾਲਿਆਂ ਨੂੰ ਵੀ, ਜਦੋਂ ਸਾਡੇ ਨਿਆਣਿਆਂ ਨੇ ਆਉਣਾ, ਅਸੀਂ 10 ਦਿਨ ਪਹਿਲਾਂ ਤੁਰ ਪਿਆ ਕਰਨਾ ਲੈਣ ਉਹਨਾਂ ਨੂੰ, ਵੀ ਤੁਹਾਨੂੰ ਇੱਧਰੋਂ ਮਿਲਦੇ ਮਿਲਦੇ ਚੱਲ ਜਾ ਕਰਨਾ ਵਿੱਚ ਦੀ। ਹਾਂਜੀ, ਫਿਰ ਉੱਥੋਂ ਨਿਆਣਿਆਂ ਨੂੰ ਲੈ ਕੇ ਤਾਂ ਫੇਰ ਮਤਲਬ ਜੀ ਅਸੀਂ ਬਹੁਤ ਵਧੀਆ ਘਰ ਭਾਜੀ। ਨੂੰ ਆਵਾਂਗੇ। ਮਤਲਬ ਏਦਾਂ ਦਾ ਭਾਈਚਾਰਾ ਬਣ ਗਿਆ। ਜੇ ਕਿਸੇ ਦਾ ਭਾਜੀ ਬਾਲ ਵੀ ਵਿੰਗਾ ਹੁੰਦਾ ਤਾਂ ਹਰੇਕ ਨੂੰ ਦੁੱਖ ਹੁੰਦਾ ਜੀ। ਮੇਰੇ ਕੋਈ ਮਾੜੀ ਜਿਹੀ ਸਕਦੀ ਹੈ ਨਾ ਤਾਂ ਕੋਈ ਠੇਸ ਪਹੁੰਚਦੀ। ਇਹ ਜਿੰਨੇ ਸੰਘਰਸ਼ 'ਚ ਬੈਠੇ ਆ, ਮਤਲਬ ਸੱਚ ਦਾ ਪਸਾਰਾ ਇੱਥੇ ਚੱਲ ਰਿਹਾ ਔਰ ਹਮਦਰਦੀ ਦਾ ਪਸਾਰਾ ਚੱਲ ਰਿਹਾ। ਔਰ ਇਸ ਹਮਦਰਦੀ ਦੇ ਸੱਚ ਦੇ ਪਸਾਰੇ ਦੇ ਵਿੱਚ ਮੇਰੇ ਗੁਰੂ ਮਹਾਰਾਜ ਨੇ ਇਸ ਸੰਘਰਸ਼ ਨੂੰ, ਇਸ ਅੰਦੋਲਨ ਨੂੰ ਠੇਸ ਨਹੀਂ ਲੱਗਣ ਦੇਣੀ। ਉਹ ਆਪ ਅੰਗ ਸੰਗ ਸਹਾਈ ਹੋ ਰਿਹਾ। ਮਹਾਰਾਜ ਮੇਰੇ ਸੱਚੇ ਪਾਤਸ਼ਾਹ ਬਾਬਾ ਨਾਨਕ, ਦਸਾਂ ਪਾਤਸ਼ਾਹੀ, ਜੋਤ ਆਪ, ਗੁਰੂ ਮਹਾਰਾਜ ਆਪ ਆ। ਕਿਉਂਕਿ ਇੱਥੇ ਸੱਚ ਆ, ਇਹਦੇ ਵਿੱਚ ਝੂਠ ਦਾ ਇੱਕ ਵੀ ਕਿਣਕਾ ਨਹੀਂ ਹੈ। ਜਿੰਨੇ ਵੀ ਇੱਥੇ ਕੋਈ ਸੇਵਾਦਾਰ ਲੱਗਾ ਹੋਇਆ ਆ, ਕੋਈ ਕਿਸੇ ਨੂੰ ਕਹਿੰਦਾ ਨਹੀਂ ਵੀ ਤੂੰ ਟ੍ਰੈਫਿਕ ਕੰਟਰੋਲ ਕਰੀ, ਕੋਈ ਕਹਿੰਦਾ ਨਹੀਂ ਵੀ ਤੂੰ ਇੱਥੇ ਝਾੜੂ ਮਾਰੀ, ਯਾਰ ਗੰਦ ਪਿਆ ਆ, ਕੋਈ ਕਿਸੇ ਨੂੰ ਕਹਿੰਦਾ ਨਹੀਂ ਵੀ ਇੱਥੇ ਪਾਣੀ ਦੀ ਲੋੜ ਹੈ, ਇਹਨਾਂ ਨੂੰ ਪਾਣੀ ਦੇ ਦੇ। ਕਿਤੇ ਐਂ ਦੇਖੋ ਵੀ ਜਿੱਥੇ ਕਿਸੇ ਨੂੰ ਲੋੜ ਪੈਂਦੀ ਹੈ, ਮਸ਼ੀਨਾਂ ਲੱਗੀਆਂ ਹੋਈਆਂ, ਵਾਸ਼ਿੰਗ ਮਸ਼ੀਨਾਂ ਲੱਗੀਆਂ ਹੋਈਆਂ ਥਾਂ ਥਾਂ ਤੇ, ਕੱਪੜੇ ਧੋਣ ਨੂੰ ਪ੍ਰੈਸ ਕਰਨ ਤੱਕ ਦਾ ਜੁਗਾੜ ਬਣਾ ਕੇ ਰੱਖਿਆ ਹੋਇਆ ਹੈ ਜੀ। ਮਤਲਬ ਇਹ ਸੱਚ ਦਾ ਪਸਾਰਾ ਹੈ, ਸੱਚ ਦਾ ਪਸਾਰਾ ਹੈ। ਸੱਚ ਦੇ ਪਸਾਰੇ ਦੇ ਵਿੱਚ ਝੂਠ ਦਾ ਇੱਕ ਕਿਣਕਾ ਵੀ ਨਹੀਂ ਹੈ। ਔਰ ਸੱਚ ਦਾ ਸੰਘਰਸ਼ ਤੇ ਕਵਚ ਬਣਿਆ ਪਿਆ। ਇਹ ਜਿਹੜਾ ਕਵਚ ਬਣਿਆ ਆ, ਜੇ ਢਾਲ ਬਣੀ ਹੋਈ ਹੈ ਸੱਚ ਦੀ, ਉਹਨੇ ਇਸ ਸੰਘਰਸ਼ ਨੂੰ ਇੱਕ ਵੀ ਠੇਸ ਨਹੀਂ ਲੱਗਣ ਦੇਣੀ। ਸੋ ਇਹ ਬੁਲੰਦੀਆਂ ਪੂਰਾ ਆਪਣਾ ਜਿੱਤ ਕੇ, ਸੰਘਰਸ਼ ਜਿੱਤ ਕੇ ਹੀ ਇਹੋ ਕਿਸਾਨ ਵੀਰ ਆਪਣੇ ਘਰਾਂ ਨੂੰ ਜਾਣਗੇ। ਸੋ NRI ਵੀਰਾਂ ਦਾ ਫੇਰ ਮੈਂ ਅਖੀਰ ਦੇ ਵਿੱਚ ਵੀ ਸਮਾਪਤੀ ਦੇ ਉੱਤੇ ਧੰਨਵਾਦ ਕਰਦਾ। ਸੋ ਹੁਣ ਨੈਟ ਦਾ ਚੱਲ ਪਿਆ, ਜਦੋਂ ਮਰਜੀ ਤੁਸੀਂ ਮੈਨੂੰ ਫੋਨ ਕਰੋ, ਆਪਾਂ ਚਰਚਾ ਦੇ ਵਿੱਚ ਜੁੜ ਸਕਦੇ ਆ। ਸੋ ਸਾਰੇ NRI ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਔਰ ਫਿਰ ਦੁਬਾਰਾ ਮੈਂ ਇਹ ਵੀ ਜਿਹੜਾ ਤੁਹਾਡਾ ਕੋਈ ਪੈਸੇ ਦਾ ਮਿਸਯੂਜ਼ ਨਾ ਹੋਵੇ। ਸਾਨੂੰ ਬਹੁਤ ਦੁੱਖ ਹੁੰਦਾ, ਮੈਂ ਵੀ ਬਾਹਰ ਰਿਹਾ, ਤੁਹਾਨੂੰ ਪਤਾ ਹੀ ਹੈ ਜੀ, ਵੀ ਬੜੀ ਔਖੀ ਕਮਾਈ ਆ। 8-8 10-10 ਘੰਟੇ ਲਾ ਕੇ ਕਮਾਈ ਕਰਕੇ ਆਪਣਾ ਦਸੌਂਧ ਕੱਢਣਾ, ਉਹ ਦਸੌਂਧ ਦੇ ਵਿੱਚੋਂ ਕੋਈ ਤੁਹਾਡਾ ਗਲਤ ਪਾਸੇ ਨੂੰ ਨਾ ਪੈਸਾ ਵਰਤਿਆ ਜਾਵੇ। ਸੋ ਬਹੁਤ ਬਹੁਤ ਧੰਨਵਾਦ ਅਮਰਜੀਤ ਭਾਜੀ, ਸਨੀ ਭਾਜੀ, ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਾਕੀ ਜਿੰਨੇ ਮੇਰੇ NRI ਵੀਰ ਸੁਣ ਰਹੇ ਆ ਸਾਡੀ ਚਰਚਾ ਫੇਸਬੁੱਕ ਤੇ, ਔਰ ਆਪਣੇ ਕਮੈਂਟ ਕਰਕੇ ਦੱਸਿਓ, ਆਪਣਾ ਲਾਈਕ ਦੱਸਿਓ, ਜਿੱਦਾਂ ਵੀ ਵੱਧ ਤੋਂ ਵੱਧ ਸ਼ੇਅਰ ਕਰੋ। ਔਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ ਭਾਈ, ਤੁਹਾਡਾ ਧੰਨਵਾਦ। ਐਂਡ ਸਾਡੇ ਬਲਜਿੰਦਰ ਸਿੰਘ ਉੱਭੀ ਜੋ ਸਾਡੇ ਬੈਕ ਸਪੋਰਟ ਤੇ ਬੈਠੇ ਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਨੀ ਭਾਈ ਤੁਹਾਡਾ ਵੀ ਧੰਨਵਾਦ। ਮੈਂ ਐਂਡ ਦੇ ਵਿੱਚ ਇਸ ਪ੍ਰੋਗਰਾਮ ਨੂੰ ਖਤਮ ਕਰਨ ਤੋਂ ਪਹਿਲਾਂ ਜਿਹੜੀ ਥੋੜੀ ਜਿਹੀ ਗੱਲ ਆ ਉਹ ਕਰਨਾ ਚਾਹੁੰਦਾ ਆ ਕਿ ਸਾਡੇ ਲਾਈਫ ਕੇਅਰ ਫਾਊਂਡੇਸ਼ਨ ਦੇ ਭਾਜੀ ਹੁਣੀ ਉੱਥੇ ਹਸਪੀਟਲ ਚਲਾ ਰਹੇ ਨੇ। ਉਹ ਸਿੰਘੂ ਬਾਰਡਰ ਦੇ ਪਿੱਛੇ ਹਸਪੀਟਲ ਬਣਿਆ ਹੋਇਆ, ਕਿਸਾਨ ਮਜ਼ਦੂਰ ਏਕਤਾ ਹਸਪੀਟਲ ਆ, ਤੇ ਸਿੰਘੂ ਬਾਰਡਰ ਤੋਂ ਕੋਈ 50 ਮੀਟਰ ਦੀ ਦੂਰੀ ਤੇ ਆ ਉਹ। ਤੇ ਉੱਥੇ ਉਹ ਫ੍ਰੀ ਇਲਾਜ ਹੋ ਰਿਹਾ ਉੱਥੇ ਕਿਸਾਨਾਂ ਦਾ, ਜਿਹੜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ, ਤੇ ਇਹਨੂੰ ਹੋਰ ਵੀ ਐਕਸਪੈਂਡ ਕਰ ਰਹੇ ਆ। ਜੇ ਕੋਈ ਮੇਰਾ ਵੀਰ ਭੈਣ ਕਿਸੇ ਨੂੰ ਵੀ ਦਿੱਲੀ ਵਿੱਚ ਜਾਣਦਾ ਹੋਵੇ ਕਿ ਇਹਨਾਂ ਨੂੰ ਹੋਰ ਜਗ੍ਹਾ ਦਿੱਤੀ ਜਾਵੇ ਤਾਂ ਜੋ ਇਹ ਆਪਣਾ ਥੋੜਾ ਜਿਹਾ ਹੋਰ ਉੱਥੇ ਬਣਾ ਸਕਣ, ਕਿਉਂਕਿ ਗਰਮੀਆਂ ਆ ਰਹੀਆਂ, ਗਰਮੀਆਂ ਦੇ ਵਿੱਚ ਸਾਨੂੰ ਉੱਥੇ ਠੰਡੀ ਜਗ੍ਹਾ ਦੀ ਲੋੜ ਪੈਣੀ ਆ, ਕਿਉਂਕਿ ਜਿਹੜੇ ਟੈਂਟ ਆ ਉਹ ਗਰਮ ਹੋ ਜਾਂਦੇ ਆ, ਟੈਂਟਾਂ ਵਿੱਚ ਰਹਿਣਾ ਬੜਾ ਔਖਾ ਹੈ, ਉੱਥੇ ਇਲਾਜ ਕਰਨਾ ਬੜਾ ਔਖਾ ਆ। ਸੋ ਕੋਈ ਵੀ ਸਾਡਾ ਸਰੋਤਾ ਹੈਲਪ ਕਰਨੀ ਚਾਹਵੇ ਇਹਨਾਂ ਦੀ, ਕਿ ਥਾਂ ਦੇ ਕੇ ਉੱਥੇ ਜਾਂ ਕਿਸੇ ਤਰੀਕੇ ਨਾਲ ਵੀ ਇਹਨਾਂ ਨਾਲ ਡਾਇਰੈਕਟ ਕੰਟੈਕਟ ਕਰੋ। ਇਦਾਂ ਆਨਲਾਈਨ ਨਾ ਪੈਸੇ ਭੇਜੋ, ਡਾਇਰੈਕਟ ਫੋਨ ਕਰਕੇ ਜਿੱਦਾਂ ਭਾਜੀ ਨੇ ਕਿਹਾ ਤੁਸੀਂ ਉੱਥੇ ਪੈਸੇ ਭੇਜ ਸਕਦੇ ਆ। ਤੇ ਇਹ ਇੱਕ ਹੋਰ ਮੈਂ ਗੱਲ ਐਂਡ ਦੇ ਵਿੱਚ ਕਹਿਣਾ ਚਾਹੁੰਦਾ ਕਿ ਸਿੰਘੂ ਬਾਰਡਰ ਦੀ ਧਰਤੀ
ਤੇ ਜਿਹੜੀ ਠੀਕਰੀ ਬਾਰਡਰ ਜਾਂ ਹੋਰ ਜਿੱਥੇ ਗੁਰਬਾਣੀ ਅੱਜ ਚੱਲ ਰਹੀ ਆ, ਸ਼ਾਇਦ ਇਹ ਧਰਤੀ ਨੇ ਪੁਕਾਰ ਕੀਤੀ ਸੀ ਰੱਬ ਦੇ ਅੱਗੇ ਕਿ ਰੱਬਾ ਕਿ ਇੱਕ ਦਿਨ, ਕਿਉਂਕਿ ਉੱਥੇ ਸ਼ਾਇਦ ਇਹ ਇੱਕ ਸੋਕਾ ਪਿਆ ਹੋਵੇ, ਉਹ ਸ਼ਾਇਦ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਦੀ ਹੋਵੇ। ਇੱਕ ਕਾਰਨ ਹੁੰਦਾ ਹਰ ਇੱਕ ਚੀਜ਼ ਦਾ ਪਿੱਛੇ, ਉਹ ਬਾਅਦ ਚੋਂ ਪਤਾ ਲੱਗਦਾ। ਸੋ ਉੱਥੇ ਅੱਜ ਗੁਰਬਾਣੀ ਚੱਲ ਰਹੀ ਆ, ਉੱਥੇ ਅੱਜ ਇਕੱਠ ਚੱਲ ਰਿਹਾ, ਉਹ ਧਰਤੀ ਵੀ ਪਵਿੱਤਰ ਹੋ ਗਈ ਅੱਜ, ਜਿੱਥੇ ਅੱਜ ਸਾਡੇ ਪੰਜਾਬੀ ਵੀਰਾਂ ਨੇ, ਹਰਿਆਣੇ ਵਾਲੇ ਵੀਰਾਂ ਨੇ ਤੇ ਰਾਜਸਥਾਨ ਵਾਲੇ ਵੀਰਾਂ ਨੇ ਆਪਣੇ ਇਸ ਸੰਘਰਸ਼ ਨੂੰ ਚਲਾਇਆ ਹੋਇਆ। ਸੋ ਸਾਰੇ ਸਰੋਤਿਆਂ ਦਾ ਧੰਨਵਾਦ। ਫਿਰ ਮਿਲਾਂਗੇ ਕੱਲ ਨੂੰ। ਤੇ ਇਸ ਪ੍ਰੋਗਰਾਮ ਨੂੰ ਤੁਸੀਂ ਦੇਖਿਆ ਕਰੋ, ਸ਼ੇਅਰ ਕਰਿਆ ਕਰੋ। ਸਾਡਾ YouTube ਚੈਨਲ ਚਰਚਾ ਆ, ਤੁਸੀਂ ਉਹਨੂੰ ਸਬਸਕ੍ਰਾਈਬ ਕਰ ਸਕਦੇ ਆ। ਉੱਥੇ ਜਾ ਕੇ ਸਾਡੀ 77 ਜੋ ਸਾਡੇ ਐਪੀਸੋਡ ਹੋਏ ਆ ਉਹ ਸਾਰੇ ਪਏ ਹੋਏ ਨੇ, ਤੇ ਤੁਸੀਂ ਉਹਨਾਂ ਨੂੰ ਸੁਣ ਸਕਦੇ ਆ, ਆਪਣੇ ਵਿਚਾਰ ਦਿਓ। ਤੇ ਜੇ ਤੁਸੀਂ ਪਾਰਟਿਸਿਪੇਟ ਕਰਨਾ ਚਾਹੁੰਦੇ, ਤੁਹਾਡਾ ਆਪਣਾ ਪਲੇਟਫਾਰਮ ਹੈ, ਸਾਡੇ ਨਾਲ ਕੰਟੈਕਟ ਕਰੋ, ਅਸੀਂ ਤੁਹਾਨੂੰ ਪਾਰਟਿਸਿਪੇਟ ਕਰਾਵਾਂਗੇ। ਜੇ ਤੁਸੀਂ ਕੁਝ ਆਪਣੇ ਦਿਲ ਦੇ ਵਾਲ ਕੱਢਣਾ ਚਾਹੁੰਦੇ ਆ ਮੋਦੀ ਦੇ ਖਿਲਾਫ, ਇੱਥੇ ਆ ਕੇ ਕੱਢ ਸਕਦੇ ਆ ਤੁਸੀਂ। ਤੇ ਜੇ ਤੁਸੀਂ ਆਪਣੇ ਸੰਘਰਸ਼ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਆ ਬੋਲ ਕੇ, ਉਹ ਵੀ ਲੈ ਸਕਦੇ ਆ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਐਂਡ ਦੇ ਵਿੱਚ ਅਸੀਂ ਨਾਰਾ ਲਾਵਾਂਗੇ, ਕਿਸਾਨ ਏਕਤਾ ਜਿੰਦਾਬਾਦ, ਜ਼ਿੰਦਾਬਾਦ, ਇਨਕਲਾਬ ਕਿਸਾਨ ਜਿੰਦਾਬਾਦ। ਜ਼ਿੰਦਾਬਾਦ, ਜ਼ਿੰਦਾਬਾਦ।